ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 281 ਤੇ ਅੱਧ ਛੱਡ ਕੇ ਅੱਗੇ ਹੈ 3 ਨੰਬਰ ਲਿਖਿਆ। 3 ਨੰਬਰ ਤੋਂ ਬਾਅਦ ਆਪਾਂ ਨੇ ਪੜ੍ਹਨਾ 14ਵੀਂ ਅਸ਼ਟਪਦੀ ਚੱਲ ਰਹੀ ਹੈ। ਗੁਰ ਪ੍ਰਸਾਦ ਆਪਨ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਗੁਰੂ ਦੀ ਕਿਰਪਾ ਨਾਲ ਜਿਸ ਨੂੰ ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ, ਮੈਂ ਕੌਣ ਹਾਂ, ਸਮਝੋ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਉਹਦੇ ਤਾਂ ਤ੍ਰਿਸ਼ਨਾ ਰਹਿੰਦੀ ਨਹੀਂ ਹੈਗੀ, ਕਿਉਂਕਿ ਉਹਨੂੰ ਸੋਝੀ ਹੋ ਗਈ ਹੈ। ਤ੍ਰਿਸ਼ਨਾਵਾਂ ਉਹਨਾਂ ਚਿਰ ਹੀ ਪੈਦਾ ਹੁੰਦੀਆਂ ਜਿੰਨਾ ਚਿਰ ਆਪਣੇ ਆਪ ਦੀ ਸੋਝੀ ਨਹੀਂ ਹੈ। ਆਪਣੇ ਆਪ ਦੀ ਸੋਝੀ ਹੋ ਗਈ ਤਾਂ ਸਮਝੋ ਪਰਮਾਤਮਾ ਦੀ ਸੋਝੀ ਹੋ ਗਈ, ਕਿਉਂਕਿ ਅਸੀਂ ਉਹਦੇ ਹੀ ਰੂਪ ਹਾਂ, ਉਹਦਾ ਅੰਸ਼ ਹਾਂ। ਫਿਰ ਇਹ ਹੁੰਦਾ ਕਿ ਜੋ ਹੋ ਰਿਹਾ ਹੈ ਸਭ ਪਰਮਾਤਮਾ ਦੀ ਰਜ਼ਾ 'ਚ ਹੋ ਰਿਹਾ ਹੈ, ਅਤੇ ਤੂੰ ਐਵੇਂ ਕਿਉਂ ਇਛਾਵਾਂ ਕਰਦਾ? ਹੋਣਾ ਤਾਂ ਉਹੀ ਹੈ ਜੋ ਉਹਨੇ ਕਰਨਾ। ਜੋ ਉਹਨੇ ਕਰਨਾ ਉਹੀ ਹੋਣਾ। ਸਾਡੀ ਇੱਛਾ ਕਰਨ ਨਾਲ ਗੱਲ ਨਹੀਂ ਕੋਈ ਬਣਨੀ ਹੈਗੀ। ਸਹਿਜ ਸੁਭਾਅ ਜੀਵਨ ਜਿਉਂਦੇ ਰਹਿਣਾ ਚਾਹੀਦਾ ਹੈ। ਜੋ ਹੋਣਾ ਫਿਰ ਉਹ ਹੋ ਕੇ ਰਹਿਣਾ ਹੈ। ਹਾਂ, ਇਹਨਾਂ ਭਜਨ ਬੰਦਗੀ ਕਰਦੇ ਰਹੋ ਤਾਂ ਜੋ ਕੋਈ ਜਿਹੜਾ ਮਾੜਾ ਅਸਰ ਹੈ ਉਹ ਘਟਦਾ ਜਾਵੇ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਸਾਧੂ ਦੀ ਸੰਗਤ 'ਚ ਆ ਕੇ, ਗੁਰੂ ਦੀ ਸੰਗਤ 'ਚ ਆ ਕੇ ਜਿਹੜਾ ਹਰ ਹਰ ਜਸ ਕਹਿਤ ਪਰਮਾਤਮਾ ਦੀ ਵਡਿਆਈ ਕਰਦਾ ਹੈ, ਬਾਣੀ ਪੜ੍ਹਦਾ ਹੈ, ਕੀਰਤਨ ਸੁਣਦਾ ਹੈ, ਸਿਮਰਨ ਕਰਦਾ ਹੈ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਉਹ ਵਿਅਕਤੀ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਉਹ ਬਚਿਆ ਰਹਿੰਦਾ ਹੈ। ਇੱਥੇ ਰੋਗ ਜਿਹੜੇ ਹੈ ਢਿੱਡ ਪੀੜ, ਸਿਰ ਪੀੜ ਨਹੀਂ ਗਿਣੇ ਗਏ। 5 ਰੋਗ ਗੁਰਬਾਣੀ 'ਚ ਗਿਣੇ ਗਏ ਨੇ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿੱਥੇ ਗੁਰਬਾਣੀ 'ਚ ਲਿਖਿਆ ਨਾ ਜੋ ਜੋ ਦੀਸੈ ਸੋ ਸੋ ਰੋਗੀ, ਇਹਦਾ ਮਤਲਬ ਜਿਹੜਾ ਦਿਖਾਈ ਦੇ ਰਿਹਾ, ਕਿਸੇ ਢਿੱਡ ਪੀੜ ਹੈ, ਕਿਸੇ ਸਿਰ ਪੀੜ ਹੈ, ਕਿਸੇ ਕੁਛ ਨਹੀਂ। ਜਿਹੜਾ ਵੀ ਵਿਖਾਈ ਦੇ ਰਿਹਾ, ਇਹ ਨਹੀਂ ਕਿ ਬੰਦਾ ਹੀ, ਕੀੜੇ ਤੋਂ ਲੈ ਕੇ ਹਾਥੀ ਤੱਕ ਜੋ ਵੀ ਵਿਖਾਈ ਦੇ ਰਿਹਾ ਉਹਦੇ ਅੰਦਰ 5 ਰੋਗ ਨੇ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਤੇ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਗੁਰੂ ਦੀ ਸੰਗਤ 'ਚ ਆ ਕੇ, ਉਹ ਇਹਨਾਂ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ, ਉਹ ਇਹਨਾਂ ਰੋਗਾਂ ਤੋਂ ਬਚਿਆ ਰਹਿੰਦਾ ਹੈ, ਇਹਨਾਂ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ। ਅਨ ਦਿਨ ਕੀਰਤਨ ਕੇਵਲ ਬਖਿਆਨ, ਇਹਨੂੰ ਪੜ੍ਹਨਾ ਬਖਿਆਨ। ਖੱਖੇ ਦੇ ਪੈਰ 'ਚ ਅੱਧਾ ਯਈਆ, ਚਾਹੇ ਖੱਖੇ ਦੇ ਨਾਲ ਯਈਆ ਹੁੰਦਾ, ਚਾਹੇ ਖੱਖੇ ਦੇ ਪੈਰ 'ਚ ਯਈਆ, ਤਾਂ ਜਿਸ ਅੱਖਰ ਦੇ ਹੇਠਾਂ ਯਈਆ ਹੋਵੇ ਜਾਂ ਜਿਸ ਅੱਖਰ ਤੋਂ ਬਾਅਦ 'ਚ ਯਈਆ ਹੋਵੇ, ਉਸ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ ਅਤੇ ਯਈਏ ਦੀ ਆਵਾਜ਼ ਆੜੇ ਵਾਲੀ ਹੋ ਜਾਂਦੀ ਹੈ। ਬੱਬਾ ਖੱਖੇ ਨੂੰ ਸਿਹਾਰੀ, ਆੜੇ ਨੂੰ ਕੰਨਾ ਨੰਨਾ, ਬਖਿਆਨ, ਜਿਹਨੂੰ ਲੈਕਚਰ ਕਹਿੰਦੇ ਨੇ ਇੰਗਲਿਸ਼। ਅਨ ਦਿਨ ਕੀਰਤਨ ਕੇਵਲ ਬਖਿਆਨ, ਜਿਹੜਾ ਦਿਨ ਰਾਤ ਸਿਰਫ ਅਤੇ ਸਿਰਫ ਪਰਮਾਤਮਾ ਦੀ ਵਡਿਆਈ ਕਰਦਾ। ਕੀਰਤਨ ਭਾਵ ਪਰਮਾਤਮਾ ਦੀ ਵਡਿਆਈ। ਜਿਹੜਾ ਦਿਨ ਰਾਤ ਪਰਮਾਤਮਾ ਦੀ ਵਡਿਆਈ ਕਰਦਾ ਰਹਿੰਦਾ ਹੈ, ਗ੍ਰਸਤ ਮੈਂ ਸੋਈ ਨਿਰਵਾਣ, ਉਹ ਪਰਿਵਾਰ 'ਚ ਰਹਿੰਦਾ ਹੋਇਆ ਵੀ ਨਿਰਲੇਪ ਹੁੰਦਾ, ਨਿਰਵਾਣ ਹੁੰਦਾ, ਇੱਛਾ ਰਹਿਤ ਹੋ ਜਾਣਾ। ਉਹ ਅਵਸਥਾ ਜਿੱਥੇ ਕੋਈ ਇੱਛਾ ਨਾ ਰਹੇ ਉਹਨੂੰ ਕਹਿੰਦੇ ਨਿਰਵਾਣ ਪਦਵੀ। ਅਸੀਂ ਓਨਾ ਚਿਰ ਮੁਕਤ ਨਹੀਂ ਹੋ ਸਕਦੇ ਜਿੰਨਾ ਚਿਰ ਇੱਛਾ ਰਹਿਤ ਨਹੀਂ ਹੁੰਦੇ। ਅਗਰ ਮਰਨ ਵੇਲੇ ਕੋਈ ਵੀ ਇੱਛਾ ਰਹਿ ਗਈ, ਸਾਨੂੰ ਦੁਬਾਰਾ ਜਨਮ ਲੈਣਾ ਪੈਣਾ ਉਸ ਇੱਛਾ ਪੂਰਤੀ ਲਈ। ਸੋ
ਬੋਧੀ ਤੇ ਜੈਨੀ ਮੁਕਤੀ ਨੂੰ ਨਿਰਵਾਣ ਪਦ ਕਹਿੰਦੇ ਨੇ। ਇੱਛਾ ਰਹਿਤ ਅਵਸਥਾ ਜਦੋਂ ਹੋ ਜਾਏਗੀ, ਬੰਦਾ ਫਿਰ ਦੁਬਾਰਾ ਜਨਮ ਨਹੀਂ ਲੈਂਦਾ। ਉਹ ਨਿਰਵਾਣ ਪਦਵੀ ਹੈ, ਭਾਵ ਉਹ ਨਿਰਲੇਪ ਹੈ। ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਨਿਰਲੇਪ ਹੋ ਜਾਂਦਾ ਹੈ। ਆਪਣੀ ਗ੍ਰਸਤ ਦੀਆਂ ਡਿਊਟੀਆਂ ਤਾਂ ਪੂਰੀਆਂ ਕਰਦਾ ਹੈ, ਪਰ ਇਸ ਦੇ ਵਿੱਚ ਖਚਤ ਨਹੀਂ ਹੁੰਦਾ। ਜਿਹੜੇ ਲੋਕ ਗ੍ਰਸਤ 'ਚ ਖਚਤ ਹੁੰਦੇ, ਰੱਬ ਨੂੰ ਭੁੱਲ ਭੁਲਾ ਜਾਂਦੇ ਨੇ। ਉਹ ਜੇ ਭਜਨ ਬੰਦਗੀ ਕਰਦੇ ਵੀ ਨਹੀਂ ਤੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਹੋਰ ਕੰਮਾਂ ਲਈ ਕਰਦੇ ਰਹਿੰਦੇ ਨੇ। ਇਸ ਲਈ ਉਹ ਭਜਨ ਬੰਦਗੀ ਨਹੀਂ ਹੁੰਦੀ, ਉਹ ਪਾਠ ਪੂਜਾ ਹੁੰਦੀ। ਜੋ ਭਜਨ ਬੰਦਗੀ ਸੰਸਾਰਕ ਕੰਮਾਂ ਲਈ ਕੀਤੀ ਜਾਵੇ, ਉਹ ਭਜਨ ਬੰਦਗੀ ਇਹ ਸਾਡੇ ਨਾਮ ਧਨ ਨਹੀਂ ਸਾਡਾ ਇਕੱਠਾ ਹੁੰਦਾ। ਅਤੇ ਜਿੰਨਾ ਚਿਰ ਨਾਮ ਧਨ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਮੁਕਤ ਨਹੀਂ ਹੋ ਸਕਦੇ। ਇਸ ਲਈ ਉਹ ਨਿਰਲੇਪ ਹੋ ਜਾਂਦਾ ਹੈ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਆ ਜਮ ਕੀ ਫਾਂਸਾ। ਇਹਨੂੰ ਫਾਸਾ ਨਹੀਂ ਪੈਣਾ, ਫਾਂਸ ਹਿੰਦੀ ਦਾ ਸ਼ਬਦ ਹੈ। ਫਾਂਸ, ਫਾਂਸ ਤੋਂ ਬਣਿਆ ਫਾਂਸੀ। ਫਲਾਣੇ ਨੂੰ ਫਾਂਸੀ ਦਿੱਤੀ, ਫੰਦੇ ਨੂੰ ਕਹਿੰਦੇ ਨੇ। ਏਕ ਉੱਪਰ ਜਿਸ ਜਨ ਕੀ ਆਸਾ, ਜਿਸ ਵਿਅਕਤੀ, ਜਿਹੜਾ ਵਿਅਕਤੀ ਸਿਰਫ ਅਤੇ ਸਿਰਫ ਪਰਮਾਤਮਾ 'ਤੇ ਆਸ ਲਾਈ ਬੈਠਾ ਹੈ। ਆਪਾਂ ਨੂੰ ਤਾਂ ਕਦੇ ਕਿਸੇ ਭੈਣ ਦੀ, ਕਦੇ ਭਰਾ ਦੀ, ਕਿਤੇ ਰਿਸ਼ਤੇਦਾਰ ਦੀ, ਕਿਸੇ ਦੋਸਤ ਦੀ, ਕਿਸੇ ਲੀਡਰ ਦੀ, ਕਿਸੇ ਅਫਸਰ ਦੀ ਆਸ ਹੁੰਦੀ ਹੈ ਵੀ ਇਹ ਸਾਡੀ ਸਹਾਇਤਾ ਕਰੇਗਾ। ਜਿਹਦੀ ਆਸ ਸਿਰਫ ਅਤੇ ਸਿਰਫ ਪਰਮਾਤਮਾ 'ਤੇ ਹੁੰਦੀ ਹੈ, ਤਿਸ ਕੀ ਕਟਿਆ ਜਮ ਕੀ ਫਸ, ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਉਹ ਜਮਾਂ ਦੇ ਵਸ ਨਹੀਂ ਪੈਂਦਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨ ਲਾਗੈ ਦੁਖ। ਜਿਹਨੂੰ ਪਰਮਾਤਮਾ ਨੂੰ ਮਿਲਣ ਦੀ ਹਮੇਸ਼ਾ ਇੱਛਾ ਰਹਿੰਦੀ ਹੈ, ਭੁੱਖ ਲੱਗੀ ਰਹਿੰਦੀ, ਇੱਛਾ, ਇੱਥੇ ਭੁੱਖ ਤੋਂ ਭਾਵ ਇੱਛਾ। ਜਿਹਦੇ ਮਨ 'ਚ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ ਨਾ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ। ਉਹਦਾ ਧਿਆਨ ਹੀ ਪਰਮਾਤਮਾ ਵੱਲ ਹੁੰਦਾ ਹੈ। ਪਰਮਾਤਮਾ ਨੂੰ ਹੀ ਮਿਲਣ ਦੀ ਇੱਛਾ ਹੁੰਦੀ ਹੈ। ਉਹ ਪਰਮਾਤਮਾ ਦੇ ਨਜ਼ਦੀਕ ਹੁੰਦਾ ਹੈ, ਇਸ ਕਰਕੇ ਦੁੱਖਾਂ ਤੋਂ ਦੂਰ ਹੋ ਜਾਂਦਾ ਹੈ। ਜਿਉਂ ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਹਾਂ, ਸਾਡੀ ਜ਼ਿੰਦਗੀ ਦੁੱਖ ਵੱਧਦੇ ਜਾਂਦੇ ਨੇ। ਜਿਉਂ ਜੋ ਉਹਦੇ ਨੇੜੇ ਹੁੰਦੇ ਹਾਂ, ਸੁੱਖ ਵੱਧਦੇ ਜਾਂਦੇ ਨੇ। ਇਸ ਕਰਕੇ ਉਹਨੂੰ ਦੁੱਖ ਨਹੀਂ ਲੱਗਦੇ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਹਦੇ ਮਨ ਅਤੇ ਚਿੱਤ ਵਿੱਚ ਪਰਮਾਤਮਾ ਵਸ ਜਾਂਦਾ ਹੈ, ਉਹ ਸੰਤ ਸੁਹੇਲਾ ਸੁਖੀ ਰਹਿੰਦਾ ਹੈ, ਨਹੀਂ ਡੁਲਾਵੇ ਅਤੇ ਡੋਲਦਾ ਨਹੀਂ ਹੈ। ਉਹਦਾ ਮਨ ਡੋਲਦਾ ਨਹੀਂ, ਸਾਡਾ ਮਨ ਤਾਂ ਡੋਲਦਾ ਰਹਿੰਦਾ ਹੈ। ਕਿਉਂ? ਉਹ ਪਰਮਾਤਮਾ ਦੀ ਯਾਦ ਨੂੰ ਹਮੇਸ਼ਾ ਚਿੱਤ 'ਚ ਵਸਾ ਕੇ ਰੱਖਦਾ ਹੈ। ਹੌਲੀ ਹੌਲੀ ਉਹਦਾ ਵਿਸ਼ਵਾਸ ਹੁੰਦਾ, ਪਰਮਾਤਮਾ ਮੇਰੇ ਨਾਲ ਹੈ। ਸਾਨੂੰ ਵਿਸ਼ਵਾਸ ਨਹੀਂ ਹੈ, ਅਤੇ ਨਾਲ ਹੀ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ, ਪਰਮਾਤਮਾ ਨਾਲ ਹੀ ਹੁੰਦਾ। ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਕਰ ਰਹੇ, ਪਰਮਾਤਮਾ ਨਾਲ ਹੈ। ਜਪਜੀ ਸਾਹਿਬ ਦਾ ਪਾਠ ਕਰੋ, ਗੁਰੂ ਨਾਨਕ ਦੇਵ ਜੀ ਨਾਲ ਨੇ। ਪਰ ਉਹਨਾਂ ਇੱਕ ਗੱਲ ਕਹੀ ਸੀ ਗੁਰੂ ਨਾਨਕ ਦੇਵ ਜੀ ਨੇ, ਅਸੀਂ ਉੱਥੇ ਜਾਣੇ ਜਿੱਥੇ ਪਿਆਰ ਨਾਲ ਸਾਡੀ ਕੋਈ ਬਾਣੀ ਪੜ੍ਹਦਾ। ਜੇ ਬਾਣੀ ਪੜ੍ਹਦਿਆਂ ਪਿਆਰ ਨਹੀਂ ਹੈ, ਪਿਆਰ ਨਾਲ ਨਹੀਂ ਪੜ੍ਹੇ, ਫਿਰ ਨਹੀਂ ਗੁਰੂ ਨਾਨਕ ਆਉਂਦੇ। ਉਹਨਾਂ ਭਾਈ ਲਹਿਣਾ ਨੂੰ ਇਹੀ ਕਿਹਾ ਸੀ, ਭਾਈ ਲਹਿਣਾ ਜੀ, ਜਿੱਥੇ ਵੀ ਪਿਆਰ ਨਾਲ ਸਾਡੀ ਕੋਈ ਬਾਣੀ ਪੜ੍ਹਦਾ, ਅਸੀਂ ਉੱਥੇ ਜਾਂਦੇ ਹਾਂ। ਸੋ ਸ਼ਰਤ ਪਿਆਰ ਹੈ, ਮੇਰੀ ਬਾਣੀ ਪਿਆਰ ਨਹੀਂ ਹੈ। ਬਾਣੀ ਸ਼ਰਤ ਨਹੀਂ ਹੈ ਜਿਹੜਾ ਸਾਡੀ ਬਾਣੀ ਪੜ੍ਹਦੇ ਉੱਥੇ ਅਸੀਂ ਜਾਂਦੇ ਨਾ। ਅਗਰ ਉਹ ਬੇਧਿਆਨ ਹੈ, ਧਿਆਨ ਤਾਂ ਉਹਦਾ ਜਿਹੜਾ ਬਾਜ਼ਾਰ 'ਚ ਗਿਆ ਅਤੇ ਮੂੰਹ 'ਤੇ ਅੱਖਾਂ ਬਾਣੀ ਪੜ੍ਹ ਰਹੀਆਂ ਨੇ, ਉੱਥੇ ਨਹੀਂ ਜਾਂਦੇ ਗੁਰੂ ਨਾਨਕ ਦੇ। ਜਿਹੜਾ ਬੜੇ ਪਿਆਰ ਨਾਲ ਸਿਮਰਨ ਕਰ ਰਿਹਾ, ਬੜੇ ਪਿਆਰ ਨਾਲ ਬਾਣੀ ਪੜ੍ਹ ਰਿਹਾ, ਉੱਥੇ ਗੁਰੂ ਮਹਾਰਾਜ ਜਾਂਦੇ ਹਨ। ਕਿਉਂਕਿ ਉਹਦੇ ਮਨ 'ਚ ਹੀ ਪਰਮਾਤਮਾ ਦੀ ਯਾਦ ਵਸ ਗਈ ਹੁੰਦੀ ਹੈ। ਇਸ ਲਈ ਪਰਮਾਤਮਾ ਸਦਾ ਹੀ ਉਹਦੇ ਨਾਲ ਰਹਿੰਦਾ ਹੈ। ਇਸ ਲਈ ਉਹ ਡੋਲਦਾ ਨਹੀਂ ਹੈ ਵੀ ਰੱਬ ਮੇਰੇ ਨਾਲ ਹੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕੋ ਕਿਸ ਤੇ ਡਰੈ।
ਜਿਸ ਤੇ ਪਰਮਾਤਮਾ ਆਪਣੀ ਕਿਰਪਾ ਕਰ ਦਿੰਦਾ ਉਹ ਸੇਵਕ ਫਿਰ ਕਿਸੇ ਤੋਂ ਨਹੀਂ ਡਰਦਾ, ਕਿਉਂਕਿ ਉਹਦੇ ਨਾਲ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਪਰਮਾਤਮਾ ਨਾਲ ਹੁੰਦੀ ਹੈ, ਇਸ ਲਈ ਉਹ ਡਰਦਾ ਨਹੀਂ, ਕਿਸੇ ਤੋਂ ਨਹੀਂ ਡਰਦਾ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਪਰਮਾਤਮਾ ਦਾ ਕਾਰਜ ਕੀ ਹੈ? ਆਪਾਂ ਜਦੋਂ ਸਿਮਰਨ ਕਰਦੇ ਉਹਦਾ ਕਾਰਜ ਹੈ, ਬਾਣੀ ਪੜ੍ਹਦੇ ਆ ਉਹਦਾ ਕਾਰਜ ਹੈ, ਉਹ ਆਪਣੇ ਕਾਰਜ ਦੇ ਵਿੱਚ ਸਮਾਇਆ ਹੋਇਆ ਹੈ। ਇਸ ਲਈ ਉਹ ਜਿਹੋ ਜਿਹਾ ਹੈ ਉਹ ਜਿਹਾ ਆਪਣੇ ਆਪ ਨੂੰ ਆਪਣੇ ਸੇਵਕ 'ਤੇ ਪ੍ਰਗਟ ਕਰ ਦਿੰਦਾ ਹੈ। ਸੇਵਕ ਨੂੰ ਸਮਝ ਆ ਜਾਂਦੀ ਹੈ, ਸੋਝੀ ਆ ਜਾਂਦੀ ਹੈ ਕਿ ਪਰਮਾਤਮਾ ਇਹੋ ਜਿਹਾ ਹੈ ਅਤੇ ਉਹ ਆਪਣੇ ਕਾਰਜ ਦੇ ਵਿੱਚ ਆਪ ਸਮਾਇਆ ਹੋਇਆ ਹੈ। ਸੰਤਾਂ ਦੇ ਕਾਰਜ 'ਚ ਵੀ ਉਹੀ, ਸੰਤਾਂ ਕੇ ਕਾਰਜ ਆਪ ਖਲੋਇਆ, ਕੰਮ ਸਵਾਰਨ ਆਇਆ ਰਾਮ। ਕਿਉਂਕਿ ਸੰਤ ਉਹਦੀ ਭਜਨ ਬੰਦਗੀ ਕਰਦੇ ਨੇ, ਫਿਰ ਭਜਨ ਬੰਦਗੀ ਕਰਨ ਕਰਕੇ ਉਹਨਾਂ ਦੇ ਕਾਰਜ ਸਵਾਰਦਾ, ਉਹ ਆਪ ਉਹਨਾਂ ਦੇ ਕੰਮ 'ਚ ਖਲੋਂਦਾ ਹੈ, ਕਾਰਜ ਰਾਸ ਕਰ ਦਿੰਦਾ ਹੈ। ਸੋਧਤ 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 ਸਿਜਿਆ, ਗੁਰ ਪ੍ਰਸਾਦ ਤਤ ਸਭ ਬੁਝਿਆ। ਵਿਚਾਰ ਕਰਦਿਆਂ 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 ਸਿਜਣ ਦੇ ਕਾਮਯਾਬ ਹੋ ਜਾਣਾ। ਪਰਮਾਤਮਾ ਬਾਰੇ ਵਿਚਾਰ ਕਰਦਿਆਂ, ਪਾਪ ਸਿਮਰਨ ਕਰਦਿਆਂ 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 ਗੁਰੂ ਦੀ ਹੋਈ ਕਿਰਪਾ, ਤਤ ਸਭ ਬੁਝਿਆ। ਤਤ ਹੁੰਦਾ ਪਰਮਾਤਮਾ, ਅਤੇ ਫਿਰ ਪਰਮਾਤਮਾ ਦੀ ਸੋਝੀ ਹੋ ਜਾਂਦੀ ਹੈ ਅਤੇ ਬੰਦਾ ਸਿਜਿਆ, ਕਾਮਯਾਬ ਹੋ ਜਾਂਦਾ ਜ਼ਿੰਦਗੀ 'ਚ, ਆਪਣੇ ਕਾਰਜ ਦੇ ਵਿੱਚੋਂ ਕਾਮਯਾਬ ਹੋ ਜਾਂਦਾ ਹੈ। ਜਬ ਦੇਖੂੰ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਮੈਂ ਜਦੋਂ ਵੀ ਵੇਖਦਾ ਹਾਂ ਮੈਨੂੰ ਸਭ ਕੁਛ ਪਰਮਾਤਮਾ ਹੀ ਮੂਲ ਲੱਗਦਾ ਹਰ ਇੱਕ ਚੀਜ਼ ਦਾ, ਕਿਉਂਕਿ ਉਹੀ ਸੂਖਮ ਰੂਪ ਵਿੱਚ ਹੈ, ਉਹੀ ਸਥੂਲ ਰੂਪ ਵਿੱਚ ਹੈ। ਸੂਖਮ ਵਿੱਚ ਵੀ ਉਹੀ, ਸਥੂਲ ਵਿੱਚ ਉਹੀ, ਇਸ ਲਈ ਹਰ ਇੱਕ ਚੀਜ਼ ਦਾ ਮੂਲ ਮੁੱਢ ਜਿਹੜਾ ਹੈ ਉਹ ਪਰਮਾਤਮਾ ਹੀ ਹੈ। ਨਾ ਕਿਛ ਜਨਮੈ ਨਾ ਕਿਛ ਮਰੈ। ਮੈਂ ਕਈ ਵਾਰੀ ਕਿਹਾ ਜੇ ਨੰਨਾ ਹਾਹੇ ਨੂੰ ਸਿਹਾਰੀ ਹੋਵੇ ਤਾਂ ਹਿੰਦੀ ਦੀ ਡਿਕਸ਼ਨਰੀ ਅਨੁਸਾਰ ਉਹਦਾ ਉਚਾਰਨ ਹੈ ਨਹਿ। ਜੇ ਨੰਨਾ ਹਾਹਾ ਹੋਵੇ ਤਾਂ ਫਿਰ ਹਿੰਦੀ ਦਾ ਸ਼ਬਦ ਨਹੀਂ, ਇਹ ਹਿੰਦੀ ਡਿਕਸ਼ਨਰੀ ਸ਼ਬਦ ਨੰਨਾ ਹਾਹਾ ਸ਼ਬਦ ਨਹੀਂ ਹੈ। ਹਿੰਦੀ ਡਿਕਸ਼ਨਰੀ ਨੰਨਾ ਹਾਹੇ ਨੂੰ ਸਿਹਾਰੀ ਹੈ, ਨੰਨਾ ਹਾਹਾ ਨਹੀਂ ਹੈ। ਇਹ ਫਾਰਸੀ ਦੀ ਡਿਕਸ਼ਨਰੀ ਨੰਨਾ ਹਾਹਾ ਹੈ ਅਤੇ ਉਹਦਾ ਉਚਾਰਨ ਨਾ। ਜਦੋਂ ਨੰਨਾ ਹਾਹੇ ਨੂੰ ਸਿਹਾਰੀ ਹੋਵੇ ਇਹ ਹਿੰਦੀ ਦਾ ਸ਼ਬਦ ਹੈ ਅਤੇ ਉਚਾਰਨ ਨਹਿ। ਜਦੋਂ ਸਿਹਾਰੀ ਹਾਹੇ ਨੂੰ ਨਹੀਂ ਲੱਗੀ ਤਾਂ ਇਹਦਾ ਉਚਾਰਨ ਨਾ, ਕਿਉਂਕਿ ਫਾਰਸੀ ਦਾ ਹੈ। ਮੀਨਿੰਗ ਦੋਨਾਂ ਦਾ ਉਹੀ ਹੈ, ਨਹਿ ਅਤੇ ਨਾਹ ਦਾ ਮੀਨਿੰਗ ਇੱਕੋ ਹੀ ਹੈ। ਅਤੇ ਜਦੋਂ ਗਿਆਨ ਹੋ ਜਾਏ ਫਿਰ ਠੀਕ ਪੜ੍ਹਨਾ ਚਾਹੀਦਾ ਹੈ। ਚਲੋ ਜਿੰਨਾ ਚਿਰ ਆਪਾਂ ਸੁਣਿਆ ਸੁਣਾਇਆ ਹੈ, ਪੜ੍ਹਾਉਣ ਵਾਲੇ ਨੇ ਆਪਾਂ ਨੂੰ ਪੜ੍ਹਾਤਾ, ਆਪਾਂ ਨੇ ਉਸਰਾ ਪੜ੍ਹ ਲਿਆ, ਅਸੀਂ ਸੋਚਿਆ ਵੀ ਆਹੀ ਹੈ। ਜਿਵੇਂ ਮੈਨੂੰ ਯਾਦ ਹੈ ਉਦੋਂ 5ਵੀਂ ਤੋਂ ਅੰਗਰੇਜ਼ੀ ਲੱਗਿਆ ਕਰ, ਚੌਥੀ ਦੇ ਸਕੂਲ ਹੋਇਆ ਕਰਦੇ, ਪ੍ਰਾਇਮਰੀ ਸਕੂਲ ਚੌਥੀ ਤੱਕ ਦੇ ਹੁੰਦੇ ਸੀ, 5ਵੀਂ ਤੋਂ ਮਿਡਲ ਸਕੂਲ ਸ਼ੁਰੂ ਹੋ ਜਾਂਦਾ ਸੀ, 5ਵੀਂ ਤੋਂ ਅੰਗਰੇਜ਼ੀ ਲੱਗਿਆ ਕਰਦੀ ਸੀ ਉਦੋਂ। ਬਾਅਦ ਤਾਂ ਫਿਰ ਸਰਕਾਰੀ ਸਕੂਲਾਂ 6ਵੀਂ ਤੋਂ ਸ਼ੁਰੂ ਹੋ ਗਈ, ਕਿਉਂਕਿ ਪ੍ਰਾਇਮਰੀ ਸਕੂਲ 5ਵੀਂ ਤੱਕ ਦੇ ਹੋ ਗਏ। 6ਵੀਂ ਜਦੋਂ ਗਏ ਤਾਂ ਜਿਹੜਾ ਟੀਚਰ ਸਾਨੂੰ ਇੰਗਲਿਸ਼ ਪੜ੍ਹਾਉਂਦਾ ਸੀ ਉਹ ਕਹਿੰਦਾ ਲਿਖੋ ਬਫੈਲੋ। ਪਹਿਲਾਂ ਉਹਨੇ ਇੰਗਲਿਸ਼ ਤੋਂ ਪਹਿਲਾਂ ਲਿਖਤੇ ਬੋਰਡ 'ਤੇ, ਅੱਗੇ ਫਿਰ ਪੰਜਾਬੀ ਲਿਖਿਆ ਬਫੈਲੋ, ਬੱਬਾ ਫੱਫੇ ਨੂੰ ਹੋੜਾ ਲੱਲੇ ਨੂੰ ਦਲਾਂ ਬਫੈਲੋ, ਬੱਬਾ ਫੱਫੇ ਨੂੰ ਦਲਾਵਾਂ ਲੱਲੇ ਨੂੰ ਹੋੜਾ ਬਫੈਲੋ, ਅੱਗੇ ਲਿਖਤਾ ਮੱਝ। ਕੁਦਰਤੀ ਅਗਲੇ ਦਿਨ ਉਹ ਟੀਚਰ ਛੁੱਟੀ 'ਤੇ, ਦੂਜੇ ਸੈਕਸ਼ਨ ਦਾ ਟੀਚਰ ਸਾਨੂੰ ਪੜ੍ਹਾਉਣ ਆ ਗਿਆ, ਉਹ ਕਹਿੰਦਾ ਲਿਖੋ ਬਫਲੋ, ਅੱਗੇ ਲਿਖੋ ਮੱਝ। ਚਲੋ ਅਸੀਂ ਟੀਚਰ ਨੇ ਲਿਖਾਇਆ ਸੀ ਬਫਲੋ ਲਿਖ ਲਿਆ। ਇੱਕ ਟੀਚਰ ਨੇ ਲਿਖਾਇਆ ਬਫੈਲੋ, ਦੂਜੇ ਟੀਚਰ ਨੇ ਲਿਖਾਇਆ ਬਫਲੋ।
ਮੇਰੇ ਮਨ 'ਚ ਹੋ ਗਿਆ ਵੀ ਇਹ ਦੋਨਾਂ 'ਚੋਂ ਠੀਕ ਕਿਹੜਾ ਹੈ। ਮੇਰਾ ਭਰਾ ਵੀ ਉਹਦੇ ਟੀਚਰ ਲੱਗਾ ਹੋਇਆ ਸੀ। ਮੈਂ ਘਰ ਆ ਕੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੇ ਮੈਂ ਤੈਨੂੰ ਦੱਸਿਆ ਤੇਰੀ ਤਸੱਲੀ ਨਹੀਂ ਹੋਣੀ, ਮੈਂ ਤੈਨੂੰ ਡਿਕਸ਼ਨਰੀ ਵਿਖਾਨਾ। ਡਿਕਸ਼ਨਰੀ 'ਚ ਜੋ ਲਿਖਿਆ ਹੁੰਦਾ ਉਹਨੂੰ ਕੋਈ ਚੈਲੰਜ ਨਹੀਂ ਕਰਿਆ ਕਰਦਾ, ਉਹਨੂੰ ਸਵੀਕਾਰ ਕਰ ਲੈਂਦੇ। ਡਿਕਸ਼ਨਰੀ ਖੋਲ੍ਹੋ 'ਚ ਲਿਖਿਆ ਬਫਲੋ, ਮੱਝ। ਕਹਿੰਦੇ ਕਾਕਾ ਅਸਲ ਹੁੰਦਾ ਬਫਲੋ। ਮੈਂ ਫਿਰ ਉਹਨਾਂ ਨੇ ਗਲਤ ਪੜ੍ਹਾਤਾ। ਕਹਿੰਦੇ ਨਹੀਂ ਕਾਕਾ ਗਲਤ ਨਹੀਂ ਪੜ੍ਹਾਇਆ, ਉਹਦੇ ਟੀਚਰ ਨੇ ਉਹਨੂੰ ਬਫੈਲੋ ਪੜ੍ਹਾਇਆ, ਉਹਨੇ ਤੁਹਾਨੂੰ ਬਫੈਲੋ ਪੜ੍ਹਾਤਾ। ਦੂਜੇ ਦੇ ਟੀਚਰ ਨੇ ਉਹਨੂੰ ਬਫਲੋ ਪੜ੍ਹਾਇਆ, ਉਹਨੇ ਤੁਹਾਨੂੰ ਬਫਲੋ ਪੜ੍ਹਾਤਾ। ਇਸ ਕਰਕੇ ਸੰਥਿਆ ਦੇਣ ਵਾਲੇ ਬੰਦਿਆਂ 'ਚ ਅੱਡ ਅੱਡ ਫਰਕ ਹੁੰਦਾ ਹੈ। ਹੁਣ ਜਿਹਨੂੰ ਨਹੀਂ ਪੜ੍ਹਾਇਆ ਹੈ ਉਹ ਨਹੀਂ ਬੋਲੇਗਾ, ਮੇਰੇ ਵਰਗਾ ਪੜ੍ਹਾਊਗਾ ਉਹ ਨਾ ਬੋਲੇਗਾ। ਅਤੇ ਫੈਸਲਾ ਕੌਣ ਕਰੇ? ਫੈਸਲਾ ਤਾਂ ਡਿਕਸ਼ਨਰੀ ਨਹੀਂ ਕਰਨਾ, ਬੰਦੇ ਦਾ ਫੈਸਲਾ ਕਰ ਨਹੀਂ ਸਕਦੇ ਹੁੰਦੇ। ਫਿਰ ਜਿਹਨੂੰ ਫਾਰਸੀ, ਹਿੰਦੀ, ਪੰਜਾਬੀ, ਸੰਸਕ੍ਰਿਤ ਆਉਂਦੀ ਹੈ, ਫਿਰ ਉਹਦੀ ਤਸੱਲੀ ਕਰਿਆ ਕਿ ਡਿਕਸ਼ਨਰੀ ਵਿਖਾ ਕੇ ਕਿ ਡਿਕਸ਼ਨਰੀ 'ਚ ਆਹ ਲਿਖਿਆ, ਇਹਦੇ 'ਚ ਲਿਖਿਆ ਨਾ। ਸੋ ਇਸ ਲਈ ਜਿਵੇਂ ਕਿਸੇ ਨੇ ਸਿੱਖਿਆ ਹੁੰਦਾ ਉਹ ਉਵੇਂ ਹੀ ਉਸਨੂੰ ਸਿਖਾਉਂਦਾ ਹੈ। ਇਸ ਲਈ ਅਸੀਂ ਨੁਕਤਾਚੀਨੀ ਨਹੀਂ ਕਰਨੀ ਵੀ ਫਲਾਣਾ ਐਂ ਕਰਦਾ, ਆਹ ਹੈ ਠੀਕ। ਉਹਨੇ ਉਸ ਤਰ੍ਹਾਂ ਸਿੱਖਿਆ ਸੀ, ਉਹਨੇ ਉਸ ਤਰ੍ਹਾਂ ਸਿਖਾਤਾ, ਦੂਜੇ ਨੇ ਦੂਜੀ ਤਰ੍ਹਾਂ ਸਿੱਖਿਆ ਸੀ, ਦੂਜੀ ਤਰ੍ਹਾਂ ਸਿਖਾਤਾ। ਪਰ ਜੇ ਇਹਨਾਂ ਸਿਖਾਉਣ ਵਾਲਾ ਜੇ ਮਿਹਨਤ ਕਰੇ, ਆਪ ਕਈ ਜ਼ਬਾਨਾਂ ਨੂੰ ਜਾਣਦਾ ਹੋਵੇ ਤਾਂ ਫਿਰ ਜ਼ਿਆਦਾ ਅੱਛਾ ਰਹਿੰਦਾ। ਪਰ ਧਰਮ ਜਿਹੜਾ ਹੈ ਬਹੁਤਾ ਅਨਪੜ੍ਹ ਲੋਕਾਂ ਦੇ ਹੱਥ 'ਚ ਆ ਗਿਆ ਹੈ। ਇਹ ਕੁਆਲੀਫਾਈਡ ਬੰਦਿਆਂ ਦੇ ਹੱਥ 'ਚ ਧਰਮ ਨੇ, ਕਿਉਂ ਕੁਆਲੀਫਾਈਡ ਬੰਦੇ ਇਸ ਪਾਸੇ ਨੂੰ ਜਾਂਦੇ ਨਹੀਂ ਹੈਗੇ। ਸੋ ਗੁਰੂ ਮਹਾਰਾਜ ਕਹਿੰਦੇ ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਨਾ ਕੁਝ ਜੰਮਦਾ ਨਾ ਕੁਝ ਮਰਦਾ ਹੈ। ਇਹ ਜਿਹੜਾ ਸਾਨੂੰ ਜੰਮਦਾ ਮਰਦਾ ਦਿਖਾਈ ਦੇ ਰਿਹਾ ਤੇ ਪਰਮਾਤਮਾ ਦਾ ਚਰਿੱਤਰ ਹੈ, ਇਹ ਤੇ ਉਹਦਾ ਕੌਤਕ ਹੈ। ਕਿਉਂਕਿ ਜੀਵ ਆਤਮਾ ਸਦਾ ਹੀ ਜਿਉਂਦੀ ਹੈ, ਉਹ ਤਾਂ ਸਿਰਫ ਸਰੀਰ ਤਿਆਗਦੀ ਹੈ। ਅਸੀਂ ਨਹੀਂ ਮਰਦੇ, ਅਸੀਂ ਸਿਰਫ ਸਰੀਰ ਤਿਆਗਦੇ ਹਾਂ। ਜਿਵੇਂ ਰਾਤ ਨੂੰ ਤੁਸੀਂ ਕੱਪੜੇ ਆਹ ਹੋਣ ਵਾਲੇ ਲਾ ਕੇ ਹੋਰ ਪਾ ਲਓਗੇ, ਤੁਸੀਂ ਤਾਂ ਜਿਉਂਦੇ ਹੋ ਨਾ, ਕੱਪੜੇ ਲਾਏ ਨੇ ਨਾ। ਇਸੇ ਤਰ੍ਹਾਂ ਆਤਮਾ ਜਿਉਂਦੀ ਉਹ ਸਰੀਰ ਨੂੰ ਲਾਹੁੰਦੀ ਹੈ, ਹੋਰ ਸਰੀਰ ਧਾਰਨ ਕਰ ਲੈਂਦੀ। ਜਿਹਨੂੰ ਕਦੇ ਨਵਾਂ ਜਨਮ ਹੋ ਗਿਆ ਜੀ, ਕਦੇ ਇਹਦਾ ਜੀ ਨਵਾਂ ਜਨਮ ਹੋ ਗਿਆ ਜੀ, ਕੁਛ ਵੀ ਨਹੀਂ ਹੋਇਆ, ਸਿਰਫ ਉਹਨੇ ਚੋਲਾ ਬਦਲਿਆ ਹੈ। ਉਹ ਆਪ ਆਤਮਾ ਉਸੇ ਤਰ੍ਹਾਂ ਹੀ ਹੈ, ਉਹ ਤਾਂ ਅਮਰ ਹੈ। ਆਤਮਾ ਤਾਂ ਅਮਰ ਹੈ, ਉਹ ਤਾਂ ਪਰਮਾਤਮਾ ਦਾ ਰੂਪ ਹੈ। ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ, ਸਿਰਫ ਚੋਲੇ ਬਦਲਦੀ ਹੈ। ਇਹ ਉਹਦਾ ਚਰਿੱਤ ਹੈ, ਇਹਦਾ ਕੌਤਕ ਹੈ। ਆਵਣ ਜਾਵਣ ਦ੍ਰਿਸ਼ਟ ਅਣ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਵਣ ਜਾਣ ਦ੍ਰਿਸ਼ਟ ਅਣ ਦ੍ਰਿਸ਼ਟ, ਜੋ ਦਿਸ ਰਿਹਾ ਹੈ ਤੇ ਜੋ ਨਹੀਂ ਦਿਖਾਈ ਦੇ ਰਿਹਾ, ਇਹ ਜੰਮਦਾ ਮਰਦਾ ਰਹਿੰਦਾ, ਆਉਂਦਾ ਜਾਂਦਾ ਰਹਿੰਦਾ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੀ ਆਗਿਆਕਾਰ ਬਣਾਇਆ ਹੋਇਆ। ਸਾਰੀ ਸ੍ਰਿਸ਼ਟੀ ਨੂੰ ਧਾਰਨ ਵੀ ਕੀਤਾ ਹੋਇਆ, ਟਿਕਾਇਆ ਵੀ ਹੋਇਆ ਹੈ, ਅਤੇ ਆਪਣੇ ਹੁਕਮ ਦੇ ਵਿੱਚ ਉਸਨੂੰ ਟਿਕਾਇਆ ਹੋਇਆ ਹੈ। ਧਰਤੀ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੀ, ਉਹਦੇ ਹੁਕਮ 'ਚ ਟਿਕੀ ਹੋਈ ਹੈ। ਆਪੇ ਆਪ ਸਗਲ ਮਹਿ ਆਪ, ਅਨੇਕ ਜੁਗਤ ਰਚ ਥਾਪ ਉਥਾਪ। ਆਪੇ ਆਪ ਸਗਲ ਮੈਂ ਆਪ, ਪਰਮਾਤਮਾ ਆਪਣੇ ਆਪ 'ਚ ਵੀ ਹੈ ਅਤੇ ਸਾਰਿਆਂ ਦੇ ਵਿੱਚ ਵੀ ਹੈ। ਇਸ ਲਈ ਸਰਗੁਣ ਵੀ ਹੈ, ਉਹ ਨਿਰਗੁਣ ਵੀ ਹੈ। ਜਦੋਂ ਆਪਣੇ ਆਪ 'ਚ ਹੈ ਨਿਰਗੁਣ ਹੈ, ਜਦੋਂ ਸਾਰਿਆਂ ਵਿੱਚ ਹੈ ਉਦੋਂ ਸਰਗੁਣ ਹੈ। ਅਨੇਕ ਜੁਗਤ ਰਚ ਥਾਪ ਉਥਾਪ, ਅਨੇਕਾਂ ਤਰੀਕਿਆਂ ਨਾਲ ਉਹ ਰਚਨਾ ਕਰਦਾ ਹੈ, ਬਣਾਉਂਦਾ ਹੈ, ਉਥਾਪ ਢਾਉਂਦਾ ਹੈ, ਨਾਸ ਕਰਦਾ ਹੈ। ਕਈ ਤਰੀਕਿਆਂ ਨਾਲ ਉਹ
ਰਚਨਾ ਕਰਦਾ ਹੈ ਅਤੇ ਰਚਨਾ ਦਾ ਨਾਸ ਵੀ ਕਰਦਾ ਹੈ। ਅਬਿਨਾਸ਼ੀ ਨਾਹੀ ਕਿਛ ਖੰਡ, ਪਰਮਾਤਮਾ ਆਪ ਅਬਿਨਾਸ਼ੀ ਹੈ। ਉਹ ਜਿਹੜਾ ਉਹ ਖੰਡਿਤ ਨਹੀਂ ਹੁੰਦਾ, ਉਹ ਨਾਸ ਨਹੀਂ ਹੁੰਦਾ, ਉਹ ਅਬਿਨਾਸ਼ੀ ਹੈ। ਧਾਰਨ ਧਾਰ ਰਹਿਓ ਬ੍ਰਹਮੰਡ, ਹਾਂ ਉਹਨੇ ਸਾਰੇ ਬ੍ਰਹਮੰਡ ਨੂੰ ਧਾਰਨ ਕੀਤਾ ਹੋਇਆ ਹੈ। ਸਾਰਾ ਬ੍ਰਹਮੰਡ ਉਹਦੇ ਹੁਕਮ ਦੇ ਵਿੱਚ ਟਿਕਿਆ ਹੋਇਆ ਹੈ। ਉਹਨੇ ਸਾਰਾ ਬ੍ਰਹਮੰਡ ਟਿਕਾਇਆ। ਅਲਖ, ਇਹਨੂੰ ਅਲਖ ਨਹੀਂ ਪੜ੍ਹਨਾ। ਇਹ ਲੱਖ ਦਾ ਵਿਰੋਧੀ ਸ਼ਬਦ ਹੈ ਅਲਖ। ਜਿਵੇਂ ਅਭੇਵ, ਭੇਵ ਦਾ ਵਿਰੋਧੀ ਸ਼ਬਦ ਹੈ ਅਭੇਵ। ਲੱਖ ਹੁੰਦਾ ਜਿਹੜਾ ਸਮਝ ਵਿੱਚ ਆ ਸਕੇ। ਅਲਖ, ਪਰਮਾਤਮਾ ਸਾਡੀ ਸਮਝ ਤੋਂ ਉੱਪਰ ਹੈ। ਇਹ ਸਾਡੀ ਸਮਝ ਆਉਣ ਵਾਲਾ ਨਹੀਂ ਹੈ, ਉਹ ਅਲਖ ਹੈ। ਭੇਵ ਹੁੰਦਾ ਭੇਦ, ਅਭੇਵ ਜਿਹਦਾ ਭੇਦ ਪਾਇਆ ਹੀ ਨਹੀਂ ਜਾ ਸਕਦਾ। ਪੁਰਖ, ਉਹ ਸਭ ਦੇ ਵਿੱਚ ਬਿਰਾਜਮਾਨ ਹੈ। ਪ੍ਰਤਾਪ, ਉਹ ਬੜਾ ਤਪ ਤੇਜ ਵਾਲਾ ਹੈ। ਆਪ ਜਪਾਏ ਤਾਂ ਨਾਨਕ ਜਪ, ਪਰਮਾਤਮਾ ਆਪ ਜਿਸ ਤੋਂ ਨਾਮ ਜਪਾਉਂਦਾ ਨਾ, ਸਿਰਫ ਉਹੀ ਨਾਮ ਜਪਦਾ ਹੈ। ਜੇ ਅਸੀਂ ਸਤ ਸੰਗਤ 'ਚ ਆਏ ਨਾ, ਇਹ ਪਰਮਾਤਮਾ ਨੇ ਸਾਨੂੰ ਲਿਆਂਦਾ ਹੈ, ਨਿਰਾ ਭੇਜਿਆ ਨਹੀਂ। ਉਹ ਲੈ ਕੇ ਵੀ ਆਇਆ ਹੈ, ਲੈ ਕੇ ਵੀ ਆਇਆ ਵੀ ਲੈ ਤੈਨੂੰ ਧੁਰ ਤੱਕ ਲੈ ਚੱਲਦਾ। ਜੋ ਭੇਜਦਾ ਤਾਂ ਹੋ ਸਕਦਾ ਸੀ ਅੱਧ ਵਿਚਾ ਲੈਣਾ ਕਿਤੇ ਰਹਿ ਜਾਂਦੇ, ਨਹੀਂ ਉਹ ਲੈ ਕੇ ਆਇਆ ਹੈ। ਉਹਦੀ ਕਿਰਪਾ ਹੈ। ਬਰਸਾਤ ਦੇ ਮੌਸਮ ਦੇ ਵਿੱਚ ਵੀ ਜਦੋਂ ਕਿ ਨੈੱਟ ਵਾਲੇ ਕਹੇ ਸੀ 7 ਵਜੇ ਮੀਂਹ ਪੈਣਾ, ਉਸ ਦੇ ਕਈ ਇਸ ਲਈ ਨਹੀਂ ਆਏ ਹੁਣ ਵੀ 7 ਵਜੇ ਮੀਂਹ ਪੈਣ ਲੱਗ ਜਾਣਾ, ਆਉਣਾ ਔਖਾ ਹੋ ਜਾਊਗਾ, ਫਿਰ ਜਾਓ ਹੀ ਨਾ। ਜਿਨ੍ਹਾਂ ਨੂੰ ਨੇ ਲਿਆਉਣਾ ਸੀ ਉਹ ਆ ਗਏ ਹਨ। ਇਸ ਲਈ ਹਉਮੈ ਨਹੀਂ ਕਰਨੀ ਅਸੀਂ ਆ ਗਏ ਮੀਂਹ ਕਣੀ 'ਚ ਵੀ। ਹਾਂ, ਉਹ ਸਾਨੂੰ ਇੱਥੋਂ ਤੱਕ ਲੈ ਕੇ ਆਇਆ ਹੈ। ਆਪ ਹੀ ਉਹ ਨਾਮ ਜਪਾਉਂਦਾ, ਤਾਂ ਮਨੁੱਖ ਨਾਮ ਜਪਦਾ ਹੈ। ਸੋ ਉਹਦੀ ਕਿਰਪਾ ਹੈ। ਆਪਾਂ ਬਾਣੀ ਪੜ੍ਹ ਰਹੇ ਹਾਂ, ਬਾਣੀ ਸਮਝ ਰਹੇ ਹਾਂ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਜਿਹਨੇ ਪਰਮਾਤਮਾ ਨੂੰ ਜਾਣ ਲਿਆ ਉਹ ਤਾਂ ਬੜਾ ਹੀ ਇੱਜ਼ਤ ਵਾਲਾ ਹੈ, ਬੜੀ ਵਡਿਆਈ ਵਾਲਾ ਹੈ। ਵੰਤ ਹੁੰਦਾ ਮਾਲਕ, ਜਿਵੇਂ ਧਨਵੰਤ ਧਨ ਦਾ ਮਾਲਕ, ਸੋਭਾਵੰਤ ਵਡਿਆਈ ਦਾ ਮਾਲਕ। ਉਹਦੀ ਬੜੀ ਬਹੁਤ ਵਡਿਆਈ ਹੁੰਦੀ ਹੈ। ਜਿਹਨੇ ਪਰਮਾਤਮਾ ਨੂੰ ਜਾਣ ਲਿਆ ਉਹਨੂੰ ਸੰਤ ਕਹਿੰਦੇ ਨੇ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਉਸਨੂੰ ਮਹਾਂਪੁਰਖ ਕਹਿੰਦੇ ਨੇ। ਫਿਰ ਦੁਨੀਆ ਦੇਖੋ ਕਿੰਨੀ ਵਡਿਆਈ ਕਰਦੀ ਹੈ। ਸਗਲ ਸੰਸਾਰ ਉਦਰੈ ਤਿਨ ਮੰਤ, ਮੰਤ ਭਾਵ ਮੰਤਰ ਭਾਵ ਉਪਦੇਸ਼। ਸਾਰਾ ਸੰਸਾਰ ਉਹਦੇ ਉਪਦੇਸ਼ ਨਾਲ ਸਾਰੇ ਸੰਸਾਰ ਦਾ ਪਾਰ ਉਤਾਰਾ ਹੋ ਜਾਂਦਾ। ਜਿਹੜਾ ਵੀ ਉਹਨਾਂ ਦਾ ਉਪਦੇਸ਼ ਸੁਣਦਾ ਹੈ, ਉਪਦੇਸ਼ ਮੰਨਦਾ ਹੈ, ਉਹਦਾ ਭਾਈ ਪਾਰ ਉਤਾਰਾ ਹੋ ਜਾਂਦਾ ਹੈ, ਕਿਉਂਕਿ ਉਹਨੇ ਪਰਮਾਤਮਾ ਨੂੰ ਜਾਣ ਲਿਆ ਹੈ। ਉਹ ਲੋਕਾਂ ਦਾ ਪਾਰ ਉਤਾਰਾ ਕਰਨ ਦੇ ਸਮਰੱਥ ਹੋ ਗਿਆ ਹੈ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਜਿਹੜੇ ਪਰਮਾਤਮਾ ਦੇ ਸੇਵਕ ਹੁੰਦੇ ਨੇ, ਪਰਮਾਤਮਾ ਦੇ ਭਗਤ ਹੁੰਦੇ ਨੇ, ਸੰਤ ਮਹਾਤਮਾ ਮਹਾਂਪੁਰਖ ਹੁੰਦੇ ਨੇ, ਸਗਲ ਉਦਾਹਰਨ, ਉਹ ਸਾਰਿਆਂ ਦਾ ਭਲਾ ਕਰਦੇ ਹਨ। ਉਹਨਾਂ ਦੀ ਨਜ਼ਰਾਂ 'ਚ ਆਪਣਾ ਬੇਗਾਨਾ ਚੰਗਾ ਮੰਦਾ ਨਹੀਂ ਹੁੰਦਾ, ਕਿਉਂਕਿ ਉਹ ਇਸ ਅਵਸਥਾ ਤੋਂ ਉੱਪਰ ਉੱਠ ਚੁੱਕੇ ਹੁੰਦੇ ਨੇ। ਉਹ ਇਸ ਅਵਸਥਾ ਤੋਂ ਉੱਪਰ ਉੱਠ ਚੁੱਕੇ ਹੁੰਦੇ ਨੇ, ਮੇਰ ਤੇਰ ਤੋਂ, ਆਪਣੇ ਬੇਗਾਨੇ ਤੋਂ। ਉਹ ਸਭ ਦਾ ਭਲਾ ਕਰਦੇ ਹਨ। ਪ੍ਰਭ ਕੇ ਸੇਵਕ ਦੁਖ ਵਿਸਾਰਨ, ਪਰਮਾਤਮਾ ਜਿਹੜੇ ਸੇਵਕ ਨੇ ਦੂਜਿਆਂ ਦਾ ਦੁੱਖ ਦੂਰ ਕਰ ਦਿੰਦੇ ਹਨ, ਦੁੱਖ ਦੂਰ ਕਰਦੇ ਹਨ। ਪਾੜ ਦੇ ਕੇ ਵੀ ਦੁੱਖ ਦੂਰ ਕਰਦੇ, ਸਿੱਧਾ ਵੀ ਦੁੱਖ ਦੂਰ ਕਰਦੇ ਕਹਿ ਕੇ, ਕਿਉਂਕਿ ਉਹਨਾਂ ਦੀ ਰਸਨਾ 'ਤੇ ਰੱਬ ਬੈਠਾ ਹੁੰਦਾ, ਜੋ ਕਹਿੰਦੇ ਸੱਚ ਹੋ ਜਾਂਦਾ। ਆਪੇ ਮੇਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ। ਜਿਹੜੇ ਗੁਰੂ ਦੇ ਸ਼ਬਦ ਦਾ ਜਾਪ ਕਰਦੇ ਹਨ, ਪਰਮਾਤਮਾ ਨੇ ਤਾਂ ਬੜਾ ਖੁਸ਼ ਹੁੰਦਾ, ਨਿਹਾਲ ਹੁੰਦਾ। ਗੁਰੂ ਮਾ ਕਿਸੇ ਸਿੱਖ ਨੂੰ ਕਹਿੰਦਾ, ਸਿੱਖਾ ਨਿਹਾਲ ਨਿਹਾਲ ਨਿਹਾਲ, ਵੀ ਸਾਡੀ ਤੇਰੇ 'ਤੇ ਬੜੀ ਖੁਸ਼ੀ ਹੈ। ਗੁਰੂ ਦੇ ਸ਼ਬਦ ਦਾ ਜਾਪ ਕਰਕੇ ਮਨੁੱਖ ਨਿਹਾਲ ਹੋ ਜਾਂਦਾ ਹੈ,
ਅਤੇ ਪਰਮਾਤਮਾ ਕਿਰਪਾਲੂ ਹੁਣ ਕੇ ਆਪਣੇ ਨਾਲ ਉਸ ਨੂੰ ਮਿਲਾ ਲੈਂਦਾ। ਆਪੇ ਮੇਲ ਲੈ ਕਿਰਪਾਲੂ, ਕਿਰਪਾਲੂ ਪਰਮਾਤਮਾ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਕਿਉਂਕਿ ਉਹ ਸ਼ਬਦ ਦਾ ਜਾਪ ਕੀਤਾ ਉਹਨਾਂ, ਪਰਮਾਤਮਾ ਉਸ 'ਤੇ ਖੁਸ਼ ਹੋ ਗਿਆ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੈ ਵਡ ਭਾਗੈ। ਹੇ ਪਰਮਾਤਮਾ, ਇਹਨਾਂ ਸੰਤਾਂ ਮਹਾਤਮਾ ਦੀ ਸੇਵਾ 'ਤੇ ਉਹੀ ਲੱਗਦਾ ਹੈ ਜਿਨ੍ਹਾਂ ਵੱਡੇ ਭਾਗਾਂ ਵਾਲਾ 'ਤੇ ਤੂੰ ਕਿਰਪਾ ਕਰ ਦਿੰਦਾ ਹੈ। ਜਿਨ੍ਹਾਂ ਵੱਡੇ ਭਾਗਾਂ ਵਾਲਾ ਤੂੰ ਕਿਰਪਾ ਕਰ ਦਿੰਦਾ ਨਾ, ਉਹ ਫਿਰ ਸੰਤਾਂ ਮਹਾਤਮਾ ਦੀ ਸੇਵਾ 'ਚ ਲੱਗ ਜਾਂਦੇ ਹਨ। ਉਂਝ ਨਹੀਂ ਕੋਈ ਕਿਸੇ ਦੀ ਕੋਈ ਸੇਵਾ ਕਰਦਾ ਹੁੰਦਾ, ਪਰਮਾਤਮਾ ਡਿਊਟੀ ਲਾਉਂਦਾ ਹੈ, ਚੱਲ ਭਾਈ ਸੇਵਾ ਕਰ। ਉਹ ਅੰਦਰੋਂ ਹੀ ਤਿਆਰ ਹੋ ਜਾਂਦਾ ਸੇਵਾ ਕਰਨ ਨੂੰ, ਉਹ ਜੀ ਕਰਦਾ ਬਸ ਸੇਵਾ ਕਰਨ। ਪਰਮਾਤਮਾ ਫਿਰ ਕਿਰਪਾ ਕਰ ਦਿੰਦਾ। ਸੋ ਕਹਿੰਦੇ ਭਜਨ ਬੰਦਗੀ ਕਰਨ ਵਾਲੇ ਜਿਹੜੇ ਨੇ, ਗੁਰੂ ਦਾ ਜਾਪ ਕਰਨ ਵਾਲੇ ਜਿਹੜੇ ਪਰਮਾਤਮਾ ਦੇ ਸੇਵਕ ਨੇ, ਉਹਨਾਂ ਦੀ ਸੇਵਾ ਉਹੀ ਕਰਦਾ ਹੈ। ਹੇ ਪਰਮਾਤਮਾ, ਜਿਸ ਵੱਡੇ ਭਾਗਾਂ ਵਾਲੇ 'ਤੇ ਤੂੰ ਕਿਰਪਾ ਕਰ ਦਿੰਦਾ ਹੈ। ਨਾਮ ਜਤ ਪਾਵੈ ਬਿਸ਼ਰਾਮ, ਨਾਨਕ ਤਿਨ ਪੁਰਖ ਕੋ ਊਤਮ ਕਰਮਾਨ। ਜਿਹੜੇ ਨਾਮ ਜਪ ਜਪ ਕੇ ਵਿਸ਼ਰਾਮ ਦਾ ਜੰਮਣ ਮਰਨ ਤੋਂ ਰਹਿਤ ਹੋ ਜਾਣਾ, ਟਿਕ ਜਾਣਾ, ਇੱਕ ਅਵਸਥਾ 'ਤੇ ਆ ਜਾਣਾ, ਡੋਲਣੋਂ ਹਟ ਜਾਣਾ, ਅਡੋਲ ਹੋ ਜਾਣਾ। ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਨ। ਹੈ ਭਾਈ, ਉਹਨਾਂ ਪੁਰਖਾਂ ਨੂੰ ਉੱਤਮ ਪੁਰਖ ਕਰਕੇ ਸਮਝਣਾ ਚਾਹੀਦਾ। ਇਹ ਉੱਤਮ ਪੁਰਖ ਨੇ, ਇਹ ਮਹਾਂਪੁਰਖ ਨੇ, ਇਹ ਅਡੋਲ ਅਵਸਥਾ 'ਤੇ ਆ ਗਏ ਨੇ, ਸਹਿਜ ਅਵਸਥਾ 'ਤੇ ਆ ਗਏ ਨੇ। ਇਹਨਾਂ ਦਾ ਮਨ ਡੋਲਣੋਂ ਹਟ ਗਿਆ ਹੈ। ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਇਹੋ ਜਿਹਾ ਫਿਰ ਜਿਹੜਾ ਉੱਤਮ ਪੁਰਖ ਹੁੰਦਾ ਹੈ, ਉਹ ਜੋ ਕੁਝ ਵੀ ਕਰਦਾ ਪਰਮਾਤਮਾ ਦੇ ਪਿਆਰ 'ਚ ਆ ਕੇ ਕਰਦਾ ਹੈ। ਜਿਵੇਂ ਪਰਮਾਤਮਾ ਕਹਿੰਦਾ ਉਹ ਉਵੇਂ ਕਰਦਾ ਹੈ। ਪਰਮਾਤਮਾ ਰੰਗ ਪਿਆਰ 'ਚ ਆ ਕੇ, ਉਹ ਜੋ ਕੁਝ ਵੀ ਕਰਦਾ ਹੈ ਪਰਮਾਤਮਾ ਦੇ ਪਿਆਰ 'ਚ ਆ ਕੇ ਕਰਦਾ ਹੈ। ਵੀ ਮੇਰੇ ਪਿਆਰੇ ਨੂੰ ਚੰਗਾ ਲੱਗੇ ਮੇਰਾ ਕੰਮ। ਉਹ ਕੁਛ ਐਸਾ ਕੰਮ ਕਰਦੇ ਨਹੀਂ ਜਿਹੜਾ ਪਰਮਾਤਮਾ ਨੂੰ ਚੰਗਾ ਨਾ ਲੱਗੇ। ਪਿਆਰ ਹੁੰਦਾ ਹੀ ਇਹੀ ਹੈ ਵੀ ਮੇਰਾ ਪਿਆਰਾ ਕਿਸੇ ਗੱਲ ਕਰਕੇ ਨਾਰਾਜ਼ ਨਾ ਹੋ ਜਾਏ। ਇਸ ਲਈ ਉਹ ਇਹੋ ਜਿਹੇ ਕਰਮ ਕਰਦਾ। ਸਦਾ ਸਦਾ ਬਸੈ ਹਰ ਸੰਗ, ਉਹ ਸਦਾ ਹੀ ਫਿਰ ਪਰਮਾਤਮਾ ਦੇ ਨਾਲ ਵਸਦਾ ਹੈ, ਕਿਉਂਕਿ ਜੋ ਕੁਛ ਕਰਦਾ ਪਰਮਾਤਮਾ ਦੀ ਰਜ਼ਾ ਅਨੁਸਾਰ ਕਰਦਾ ਹੈ। ਇਸ ਲਈ ਸਦਾ ਹੀ ਪਰਮਾਤਮਾ ਦੇ ਨਾਲ ਵਸਦਾ ਹੈ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਫਿਰ ਉਹ ਕਿ ਸਹਿਜ ਸੁਭਾਅ ਜੋ ਹੁੰਦਾ ਉਹ ਹੋਣ ਦਿੰਦਾ ਹੈ। ਉਹ ਕਿਸੇ ਘਟਨਾ ਨੂੰ ਟਾਲਦਾ ਨਹੀਂ ਹੈ। ਸਹਿਜ ਸੁਭਾਅ ਜੋ ਹੋ ਰਿਹਾ ਉਸ ਨੂੰ ਹੋਣ ਦਿੰਦਾ ਹੈ। ਕਿਉਂ? ਉਹ ਕਹਿੰਦਾ ਪਰਮਾਤਮਾ ਮੇਰਾ ਪਿਆਰਾ ਹੈ, ਅਤੇ ਪਿਆਰਾ ਜੋ ਕਰ ਰਿਹਾ ਮੇਰੇ ਲਈ ਚੰਗਾ ਹੀ ਕਰ ਰਿਹਾ, ਮੇਰੇ ਲਈ ਮਾੜਾ ਥੋੜ੍ਹਾ ਕਰੇਗਾ। ਆਪਣਾ ਜਿਹਦੇ ਨਾਲ ਪਿਆਰ ਆਪਾਂ ਉਹਦਾ ਮਾੜਾ ਥੋੜ੍ਹੀ ਕਰਾਂਗੇ। ਜੋ ਵੀ ਕਰੇ, ਜੇ ਅਸੀਂ ਉਹਦੇ ਨਾਲ ਨਾਰਾਜ਼ ਵੀ ਹੁੰਦੇ ਹਾਂ ਤਾਂ ਉਹਦੇ ਭਲੇ ਲਈ ਹੁੰਦੇ ਹਾਂ, ਉਹਦੇ ਭਲੇ ਲਈ ਹੁੰਦੇ ਹਾਂ ਵੀ ਸਾਡਾ ਪਿਆਰਾ ਹੈ, ਇਸ ਤਰ੍ਹਾਂ ਕੋਈ ਕੰਮ ਗਲਤ ਕੰਮ ਨਾ ਕਰੇ। ਆਪਾਂ ਉਹਨੂੰ ਕਈ ਵਾਰੀ ਨਾਰਾਜ਼ ਵੀ ਹੁੰਦੇ ਹਾਂ। ਸੋ ਉਹਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਾਡਾ ਪਿਆਰ ਹੈ, ਇਹ ਮੇਰੇ ਭਲੇ ਲਈ ਕਹਿ ਰਿਹਾ। ਹੁਣ ਉਹ ਪਰਮਾਤਮਾ ਨੂੰ ਪਹਿਚਾਣ ਲੈਂਦਾ ਹੈ। ਕਰਨੈ ਹਾਰ ਪਛਾਣੈ ਸੋਏ। ਉਹਨੂੰ ਪਤਾ ਕਰਨ ਵਾਲਾ ਤਾਂ ਪਰਮਾਤਮਾ ਹੀ ਹੈ। ਇਸ ਲਈ ਜੋ ਕਰ ਰਿਹਾ ਠੀਕ ਕਰ ਰਿਹਾ, ਇਸ ਲਈ ਸਹਿਜ ਸੁਭਾਅ ਹੋਣ ਦਿੰਦਾ ਜੋ ਹੋ ਰਿਹਾ ਹੈ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਨ। ਜਿਹੜਾ ਜਨ ਹੁੰਦਾ ਹੈ ਪਰਮਾਤਮਾ ਦਾ, ਜਿਹੜਾ ਭਗਤ ਹੁੰਦਾ ਹੈ, ਉਹ ਪਰਮਾਤਮਾ ਜੋ ਕਰਦੇ ਉਹਨੂੰ ਮਿੱਠਾ ਲੱਗਦਾ ਹੈ। ਭਾਵ ਉਹਨੂੰ ਇਹ ਲੱਗਦਾ ਵੀ ਐਸਾ ਕਿਉਂ ਹੋਇਆ ਮੇਰੇ ਨਾਲ। ਹਰ ਕੋਈ ਸਾਡੀ ਇੱਛਾ ਦੇ ਵਿਰੁੱਧ ਵੀ ਸਾਡੇ ਨਾਲ ਕੋਈ ਵਾਪਰ ਗਿਆ ਹੈ ਤਾਂ ਉਹ ਪਰਮਾਤਮਾ ਦੀ ਉਹਨੂੰ ਰਜ਼ਾ ਕਰਕੇ ਮਿੱਠਾ ਸਮਝ ਕੇ ਮੰਨਦਾ ਹੈ। ਉਹ ਨਾਰਾਜ਼ ਨਹੀਂ ਹੁੰਦਾ ਪਰਮਾਤਮਾ ਨਾਲ।
ਵੀ ਮੈਂ ਤਾਂ ਤੇਰੇ ਨਾਮ ਜਪਦਾ ਸੀ, ਮੈਂ ਤਾਂ ਬਾਣੀ ਪੜ੍ਹਦਾ ਸੀ, ਮੈਂ ਤਾਂ ਸਤਸੰਗ ਕਰਦੇ, ਮੇਰੇ ਨਾਲ ਕਿਉਂ ਹੋ ਗਿਆ ਹੈ? ਨਹੀਂ, ਉਹ ਇਸ ਤਰ੍ਹਾਂ ਨਹੀਂ ਕਰਦਾ। ਉਹਨੂੰ ਜੋ ਪਰਮਾਤਮਾ ਕਰਦਾ ਹੈ ਉਹ ਮਿੱਠਾ ਲੱਗਦਾ ਹੈ, ਸਹੀ ਲੱਗਦਾ ਹੈ। ਜੈਸਾ ਸਾ ਤੈਸਾ ਦ੍ਰਿਸ਼ਟਨ, ਜਿਹੋ ਜਿਹਾ ਪਰਮਾਤਮਾ ਹੈ ਉਹੋ ਜਿਹਾ ਆਪਣੇ ਆਪ ਨੂੰ ਆਪਣੇ ਭਗਤ 'ਤੇ ਪ੍ਰਗਟ ਕਰ ਦਿੰਦਾ ਹੈ, ਉਹਨੂੰ ਸੋਝੀ ਆ ਜਾਂਦੀ ਹੈ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਦਾਨ ਉਨਹੂ ਬਨ ਆਏ। ਫਿਰ ਇਹੋ ਜਿਹੇ ਜੀਵ ਜਿਨ੍ਹਾਂ ਪਰਮਾਤਮਾ ਦਾ ਕੀਤਾ ਮਿੱਠਾ ਲੱਗਦਾ, ਤੇਰਾ ਭਾਣਾ ਮਿੱਠਾ ਲੱਗਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਜਿਸ ਪਰਮਾਤਮਾ ਤੋਂ ਪੈਦਾ ਹੋਏ ਸਨ ਉਸੇ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਓਏ ਸੁਖ ਨਿਦਾਨ ਉਨਹੂ ਬਨ ਆਏ, ਉਹਨਾਂ ਕੋਲੇ ਸੁੱਖਾਂ ਦੇ ਖਜ਼ਾਨੇ ਹੁੰਦੇ ਨੇ ਅਤੇ ਸੁੱਖਾਂ ਦੇ ਖਜ਼ਾਨੇ ਉਹਨਾਂ ਨੂੰ ਹੀ ਫੱਬਦੇ ਨੇ। ਦੂਜਿਆਂ ਦੇ ਸੁੱਖਾਂ ਦੇ ਖਜ਼ਾਨੇ ਮਿਲਦੇ ਹੀ ਨਹੀਂ ਹੈਗੇ, ਸੋ ਉਹਨਾਂ ਨੂੰ ਹੀ ਬਣ ਆਉਂਦੇ ਨੇ। ਓਏ ਸੁਖ ਨਿਦਾਨ ਉਨਹੂ ਬਨ ਆਏ, ਉਹਨਾਂ ਨੂੰ ਸੁੱਖਾਂ ਦੇ ਖਜ਼ਾਨੇ ਮਿਲਦੇ ਨੇ ਅਤੇ ਸੁੱਖਾਂ ਦੇ ਖਜ਼ਾਨੇ ਉਹਨਾਂ ਨੂੰ ਹੀ ਬਣ ਆਉਂਦੇ ਨੇ। ਭਾਵ ਉਹੀ ਸੁੱਖਾਂ ਦੇ ਖਜ਼ਾਨਿਆਂ ਦੇ ਯੋਗ ਹਨ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਨ। ਆਪਸ ਕੋ ਆਪ ਦੀਨੋ ਮਾਨ, ਜਿਹੜਾ ਸੇਵਕ ਹੈ ਪਰਮਾਤਮਾ ਦਾ ਆਦਰ ਮਾਣ ਕਰਦਾ ਹੈ, ਪਰਮਾਤਮਾ ਨੇ ਭਗਤ ਨੂੰ ਮਾਣ ਦਿੰਦਾ ਹੈ। ਇੱਕ ਦੂਜੇ ਨੂੰ ਮਾਣ ਦਿੰਦੇ ਨੇ। ਸੇਵਕ ਨੂੰ ਪਰਮਾਤਮਾ 'ਤੇ ਮਾਣ ਹੈ, ਪਰਮਾਤਮਾ ਆਪਣੇ ਭਗਤ 'ਤੇ ਮਾਣ ਹੈ। ਕਿਸੇ ਆਪਸ ਕੋ ਆਪ ਦੀਨੋ ਮਾਨ, ਜਿਵੇਂ ਆਪਾਂ ਆਪਸ ਦੇ ਕਿਸ ਚੀਜ਼ ਦਾ ਵਟਾਂਦਰਾ ਕਰ ਲਈਏ। ਹਾਂਜੀ ਹਾਂਜੀ, ਹਾਂ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਨ। ਇਸ ਲਈ ਭਾਈ ਪਰਮਾਤਮਾ ਨੂੰ ਅਤੇ ਉਹਦੇ ਭਗਤ ਨੂੰ ਇੱਕ ਸਮਝਣਾ ਚਾਹੀਦਾ। ਉਹਨਾਂ ਦੋਨਾਂ 'ਚ ਕੋਈ ਫਰਕ ਨਹੀਂ ਹੁੰਦਾ। ਸ਼ਲੋਕ ਇੱਥੇ ਆ ਕੇ 14 ਅਸ਼ਟਪਦੀਆਂ ਸਮਾਪਤ ਹੋ ਗਈਆਂ, ਹੁਣ 15ਵੀਂ ਸ਼ੁਰੂ ਹੋਏਗੀ। ਹਰ ਅਸ਼ਟਪਦੀ ਦੇ ਆਰੰਭ ਵਿੱਚ ਸ਼ਲੋਕ ਹੁੰਦਾ। ਸ਼ਲੋਕ ਦੇ ਸਾਰੀ ਅਸ਼ਟਪਦੀ ਦਾ ਤੱਤ ਸਾਰ ਹੁੰਦਾ ਹੈ। ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਨ ਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ। ਸਰਬ ਕਲਾ ਭਰਪੂਰ ਪ੍ਰਭ, ਪਰਮਾਤਮਾ ਸਾਰੀਆਂ ਸ਼ਕਤੀਆਂ ਨਾਲ ਪਰਿਪੂਰਨ ਹੈ, ਭਰਪੂਰ ਹੈ, ਭਰਿਆ ਹੋਇਆ ਹੈ। ਪਰਮਾਤਮਾ ਸਾਰੀਆਂ ਸ਼ਕਤੀਆਂ, ਕਲਾ ਸ਼ਕਤੀ ਨੂੰ ਕਹਿੰਦੇ। ਅਜੇ ਫਲਾਣਾ 16 ਕਲਾ ਸੰਪੂਰਨ ਹੈ। ਜਿਹੜਾ ਪੂਰਨ ਭਗਤ ਹੁੰਦਾ ਕਹਿੰਦੇ 16 ਕਲਾ ਸੰਪੂਰਨ ਹੈ। ਜਿਵੇਂ ਹਿੰਦੂ ਜਿਹੜੇ ਵੀਰ ਨੇ ਕ੍ਰਿਸ਼ਨ ਮਹਾਰਾਜ ਨੂੰ 16 ਕਲਾ ਸੰਪੂਰਨ ਗਿਣਦੇ ਨੇ, ਪਰ ਰਾਮਚੰਦਰ ਜੀ ਮਹਾਰਾਜ ਨੂੰ 14 ਕਲਾ ਸੰਪੂਰਨ ਗਿਣਦੇ ਨੇ। ਕਿਉਂਕਿ ਜਦੋਂ ਰਾਵਣ ਸੀਤਾ ਨੂੰ ਚੁਰਾ ਕੇ ਲੈ ਗਿਆ, ਚੱਕ ਕੇ ਲੈ ਗਿਆ ਹੈ, ਤਾਂ ਜਿਹੜੇ ਰਾਮਚੰਦਰ ਜੀ ਵਿਰਲਾਪ ਕਰਦੇ ਹਨ, ਅਤੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਵਿਰਲਾਪ ਨਹੀਂ ਕਰਿਆ ਕਰਦਾ। ਉਹ ਵਿਰਲਾਪ ਨਹੀਂ ਕਰਿਆ ਕਰਦਾ। ਦਸਮ ਪਾਤਸ਼ਾਹ ਦੇ ਦੋਨੋਂ ਸਾਹਿਬਜ਼ਾਦੇ ਸਾਹਮਣੇ ਸ਼ਹੀਦ ਹੋ ਗਏ ਨੇ, ਕੋਈ ਵਿਰਲਾਪ ਨਹੀਂ ਕੀਤਾ। ਅਤੇ ਜਦੋਂ ਰਾਏ ਕੱਲੇ ਦੇ ਨੌਕਰ ਨੇ, ਮਾਹੀ ਨੇ ਆ ਕੇ ਦਸਮ ਪਾਤਸ਼ਾਹ ਨੂੰ ਦੋਨਾਂ ਸਾਹਿਬਜ਼ਾਦਿਆਂ ਬਾਰੇ ਦੱਸਿਆ ਕਿ ਇਸ ਤਰ੍ਹਾਂ ਸ਼ਹੀਦ ਕੀਤੇ ਗਏ ਨੇ, ਤਾਂ ਵੀ ਗੁਰੂ ਮਹਾਰਾਜ ਨੇ ਕੋਈ ਰੋਏ ਪਿੱਟੇ ਨਹੀਂ ਹੈਗੇ। ਉਹ ਸਹਿਜ ਸੁਭਾਅ ਹੈ। ਇਸ ਲਈ ਜਿਹੜਾ ਸੰਪੂਰਨ ਇਨਸਾਨ ਹੁੰਦਾ ਹੈ ਉਹਨੂੰ ਕਹਿੰਦੇ 16 ਕਲਾ ਸੰਪੂਰਨ ਹੈ। ਫਿਰ ਕਲਾਵਾਂ ਵੱਧਦੀਆਂ ਘਟਦੀਆਂ ਰਹਿੰਦੀਆਂ। ਪਰਮਾਤਮਾ ਸਾਰੀਆਂ ਕਲਾ ਹੀ ਸੰਪੂਰਨ ਹੈ। ਉਹ 16 ਗਿਣਤੀ ਨਹੀਂ, ਅਨੰਤ ਕਲਾ ਠਾਕਰ ਚੜ੍ਹਿਆ ਹੁੰਦਾ ਇਸ ਤਰ੍ਹਾਂ ਬਾਣੀ 'ਚ ਵਾਰੀ। ਸੋ ਬੇਅੰਤ ਸ਼ਕਤੀਆਂ ਦਾ ਮਾਲਕ ਹੈ ਪਰਮਾਤਮਾ। ਬਿਰਥਾ ਜਾਣਨਹਾਰ, ਉਹ ਸਾਡੇ ਦਿਲ ਦੀ ਜੋ ਹਾਲਤ ਹੈ ਉਹਨੂੰ ਜਾਣਦਾ ਹੈ। ਸਾਡੀ ਬਿਰਥਾ ਨੂੰ, ਸਾਡੇ ਦੁੱਖ ਨੂੰ ਹਿੰਦੀ 'ਚ ਲਿਖਦੇ ਬ੍ਰਿਥਾ। ਬ੍ਰਿਥਾ ਦੇ ਦੋ ਅਰਥ ਹੁੰਦੇ ਨੇ, ਇੱਕ ਤਾਂ ਵਿਰਥਾ, ਵਿਅਰਥ। ਬ੍ਰਿਥਾ ਹੁੰਦਾ ਦੂਜਾ ਮਨ ਦਾ ਦੁੱਖ, ਮਨ ਦਾ ਦਰਦ। ਪਰਮਾਤਮਾ ਸਾਡੇ ਮਨ ਦੀਆਂ ਜਾਣਨ ਵਾਲਾ ਹੈ। ਉਹ ਸਾਰੀਆਂ ਸ਼ਕਤੀਆਂ ਨਾਲ ਪਰਿਪੂਰਨ ਹੈ। ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ।
ਜਿਹਦਾ ਸਿਮਰਨ ਕਰਕੇ ਪਾਰ ਉਤਾਰਾ ਹੋ ਜਾਂਦਾ ਹੈ, ਗੁਰੂ ਮਹਾਰਾਜ ਕਹਿੰਦੇ ਉਸ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਨਾਨਕ ਤਿਸ ਬਲਿਹਾਰ ਹੈ, ਨਾਨਕ ਉਸ ਤੋਂ ਭਾਵ ਹੈ ਇਨਸਾਨ, ਉਸ ਤੋਂ ਬਲਿਹਾਰ ਜਾਣਾ ਚਾਹੀਦਾ, ਜਿਹਦਾ ਸਿਮਰਨ ਕਰਕੇ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਪਾਰ ਉਤਾਰਾ ਤੇ ਸਿਮਰਨ ਕਰਕੇ ਹੀ ਹੋਣਾ, ਭਜਨ ਬੰਦਗੀ ਕਰਕੇ ਹੀ ਹੋਣਾ। ਪਤਾ ਨਹੀਂ ਇਨਸਾਨ ਨੂੰ ਕਦੋਂ ਸਮਝ ਆਵੇਗੀ। ਇਹ ਭਟਕੀ ਜਾਂਦਾ, ਧੱਕੇ ਧੋੜੇ ਜਿਹੇ ਖਾਈ ਜਾਂਦਾ ਹੈ, ਕਿਉਂਕਿ ਭਜਨ ਬੰਦਗੀ ਕਰਦਾ ਨਹੀਂ। ਜ਼ਿੰਦਗੀ ਕਿਵੇਂ ਜਿਉਣੀ ਹੈ ਇਹਨੂੰ ਸੋਝੀ ਨਹੀਂ ਆਉਂਦੀ। ਜਦੋਂ ਅਸੀਂ ਆਪਣੀ ਲੀਹ ਤੋਂ ਭਟਕ ਜਾਂਦੇ ਹਾਂ, ਫਿਰ ਦੁੱਖ ਸ਼ੁਰੂ ਹੋ ਜਾਂਦਾ ਹੈ। ਗੱਡੀ ਲੀਹ ਤੋਂ ਉਤਰ ਜਾਏ, ਫਿਰ ਉਹਨੂੰ ਮਸ਼ੀਨ ਨਾਲ ਹੀ ਚੱਕ ਕੇ ਚੜਾਉਣਾ ਪੈਂਦਾ, ਆਪਣੇ ਆਪ ਲੀਹ 'ਤੇ ਨਹੀਂ ਚੜ੍ਹ ਸਕਦੀ ਮੁੜ ਕੇ। ਐਂ ਜੇ ਗੱਡੀ ਜਿਹੜੀ ਸਾਡੀ ਹੈ ਨਾ, ਇੱਕ ਵਾਰੀ ਜੇ ਸਹੀ ਲੀਹ ਤੋਂ ਉਤਰ ਜੇ ਨਾ, ਫਿਰ ਕੋਈ ਹੀ ਇਹਨੂੰ ਲੀਹ 'ਤੇ ਲਿਆਉਂਦਾ, ਇਹ ਆਪ ਨਹੀਂ ਆਉਂਦਾ। ਫਿਰ ਹੋਰ ਹੀ ਕੋਈ ਸਹਾਇਤਾ ਕਰਦਾ ਇਸ ਨੂੰ। ਕੋਈ ਬੰਦਾ ਟੋਏ 'ਚ ਡਿੱਗ ਪਏ, ਆਪ ਨਹੀਂ ਬਾਹਰ ਨਿਕਲ ਸਕਦਾ, ਕੋਈ ਹੀ ਬਾਂਹ ਫੜ ਕੇ ਕੱਢਦਾ ਹੈ। ਬੁਰਾਈਆਂ ਦੇ ਵਿੱਚ ਜਦੋਂ ਬੰਦਾ ਲਿਪਤ ਹੋ ਜਾਂਦਾ, ਤਾਂ ਫਿਰ ਕੋਈ ਮਹਾਂਪੁਰਖ ਹੀ ਬਾਂਹ ਫੜ ਕੇ ਉਹਨੂੰ ਬੁਰਾਈ 'ਚ ਬਾਹਰ ਕੱਢਦਾ ਹੈ, ਆਪ ਨਹੀਂ ਨਿਕਲਦਾ ਉਹ। ਇਸ ਲਈ ਫਿਰ ਕਹਿੰਦੇ ਉਸ ਪਰਮਾਤਮਾ ਤੋਂ ਬਲਿਹਾਰ ਜਾਣਾ ਚਾਹੀਦਾ ਹੈ, ਜਿਹਦਾ ਸਿਮਰਨ ਕਰਕੇ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਿਆ ਰਹਿੰਦਾ ਹੈ। ਅੱਗੇ ਕਹਿੰਦੇ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਿਪਾਲ। ਸਾਡੀ ਮੂਰਖਤਾ ਕਾਰਨ ਸਾਡੀ ਪਰਮਾਤਮਾ ਨਾਲੋਂ ਟੁੱਟ ਜਾਂਦੀ ਹੈ। ਕਿਸੇ ਮਜਬੂਰੀ ਵਸ ਵੀ ਟੁੱਟ ਸਕਦੀ ਹੈ। ਜਿਹੜੇ 40 ਸਿੰਘ ਬੇਦਾਵਾ ਲਿਖ ਕੇ ਦੇ ਗਏ, ਨਿਰਾਸ਼ੀ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ। ਮੌਤੋਂ ਭੁੱਖ ਬੁਰੀ ਆਮ ਕਹਾਵਤ ਹੈ। ਭੁੱਖ ਸਹਿਣ ਕਰਨਾ ਇੱਕ ਹੱਦ ਹੁੰਦੀ ਹੈ, ਉਸ ਤੋਂ ਬਾਅਦ ਹਰ ਇੱਕ ਨੂੰ ਸਹਿਣ ਨਹੀਂ ਕਰ ਸਕਦਾ। ਕੋਈ ਤੜਫ ਤੜਫ ਕੇ ਮਰਨ ਨੂੰ ਤਿਆਰ ਨਹੀਂ ਹੁੰਦਾ ਹੈ। ਇਸ ਲਈ ਭੁੱਖ ਦੇ ਦੁੱਖ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿਲਾ ਛੱਡਣ ਲਈ, ਅਤੇ ਉਹ ਲਿਖ ਕੇ ਦੇ ਗਏ, ਨਾ ਤੂੰ ਸਾਡਾ ਗੁਰੂ ਅਤੇ ਨਾ ਅਸੀਂ ਤੇਰੇ ਸਿੱਖ। ਅੰਦਰੋਂ ਨਹੀਂ ਸਨ ਐਕਚੁਅਲੀ ਟੁੱਟੇ ਹੋ। ਜਦੋਂ ਬਾਹਰ ਗਏ, ਘਰਾਂ ਨੂੰ ਗਏ, ਘਰਦਿਆਂ ਨੇ ਲਾਹਣਤ ਪਾਈ ਵੀ ਭਲੇ ਮਾਨਸੋ, ਜਦੋਂ ਸਭ ਕੁਝ ਠੀਕ ਸੀ ਉਦੋਂ ਤੁਸੀਂ ਗੁਰੂ ਕੋਲੇ ਰਹੇ, ਹੁਣ ਗੁਰੂ ਤੇ ਬਿਪਤਾ ਅੱਗੇ ਤੁਸੀਂ ਬਿਪਤਾ ਵੇਲੇ ਛੱਡੇ, ਤੁਸੀਂ ਕਾਹਦੇ ਸਿੱਖੋ? ਹੈ ਵੀ ਠੀਕ ਹੈ। ਏ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ। ਮਿੱਤਰ ਤੇ ਉਹ ਜਿਹੜਾ ਲੋੜ ਵੇਲੇ ਕੰਮ ਆਵੇ। ਭੰਗਾਣੀ ਦੇ ਯੁੱਧ 500 ਪਠਾਨ ਛੱਡ ਕੇ ਚਲੇ ਗਏ। ਜਿਹੜੇ ਸਾਧੂ 500 ਰੱਖੇ ਹੋਏ ਸਨ ਉਹ ਵੀ ਛੱਡ ਕੇ ਚਲੇ ਗਏ। ਅਤੇ ਅਖੀਰ ਤੇ ਮੁਸਲਮਾਨ ਪੀਰ ਨੇ ਮਦਦ ਕੀਤੀ। ਪੀਰ ਬੁੱਧੂ ਸ਼ਾਹ ਉਹ ਆਪਣੇ 700 ਚੇਲੇ ਲੈ ਕੇ ਆਏ ਭੰਗਾਣੀ ਦੇ ਯੁੱਧ 'ਚ, ਗੁਰੂ ਗੋਬਿੰਦ ਨਾਲ ਉਹਨੇ ਜਿਹੜੀ ਸਹਾਇਤਾ ਕੀਤੀ, ਲੜਾਈ ਕੀਤੀ। ਸੋ ਇੱਕ ਅਵਸਥਾ ਹੁੰਦੀ ਹੈ ਜਿੱਥੇ ਜਾ ਕੇ ਮੈਂ ਦੇਖਿਆ ਧਰਮਾਂ ਤੋਂ ਜਾਤਾਂ ਬਦਲ ਮਨੁੱਖ ਉੱਪਰ ਉੱਠ ਜਾਂਦਾ ਹੈ। ਨਹੀਂ ਤਾਂ ਮੁਸਲਮਾਨਾਂ ਨਾਲ ਹੀ ਲੱਗਦੀ ਸੀ ਦਸਮ ਪਾਤਸ਼ਾਹ ਦੀ, ਅਤੇ ਪੀਰ ਬੁੱਧੂ ਸ਼ਾਹ ਮੁਸਲਮਾਨਾਂ ਦੇ ਫਕੀਰ ਸੀ ਸਗੋਂ ਤਾਂ, ਪਰ ਉਹਨੇ ਦਸਮ ਪਾਤਸ਼ਾਹ ਦੀ ਸਹਾਇਤਾ ਕੀਤੀ ਕਿ ਠੀਕ ਨੇ, ਇਹ ਰਾਜੇ ਗਲਤ ਨੇ। ਕਿਉਂਕਿ ਬ੍ਰਹਮ ਗਿਆਨੀ ਠੀਕ ਦੀ ਹੀ ਸਹਾਇਤਾ ਕਰਦਾ, ਉਹ ਇਹ ਨਹੀਂ ਸੋਚਦਾ ਕਿ ਮੇਰੀ ਜਾਤ ਦਾ ਜਾਂ ਮੇਰੇ ਧਰਮ ਦਾ ਹੈ। ਜਿਹੜੇ ਨੀਵੇਂ ਸਨ 500 ਪਠਾਨ ਉਹ ਵੀ ਛੱਡ ਕੇ ਦੁਸ਼ਮਣਾਂ ਨਾਲ ਰਲ ਗਏ। ਜਿਹੜੇ 500 ਸਾਧੂ ਸਨ ਉਹ ਡਰਦੇ ਉਂਝ ਹੀ ਭੱਜ ਗਏ ਭੰਗਾਣੀ ਦੇ ਯੁੱਧ 'ਚ, ਅਤੇ ਥੋੜ੍ਹੇ ਜਿਹੇ ਰਹਿ ਗਏ ਅਤੇ ਫਿਰ 700 ਬੰਦਾ ਉਹ ਆ ਗਿਆ। ਚਲੋ ਫਿਰ ਬੱਲੇ ਬੱਲੇ ਹੋ ਗਈ। ਸੋ ਇਸ ਲਈ ਹੁਣ ਗੁਰੂ ਵੀ ਟੁੱਟੀ ਗੰਢਣਹਾਰ ਹੈ, ਕਿਉਂਕਿ ਗੁਰੂ ਅਤੇ ਪਰਮਾਤਮਾ 'ਚ ਫਰਕ ਨਹੀਂ ਹੁੰਦਾ। ਗੁਰ ਪਰਮੇਸ਼ਰ ਏਕੋ ਜਾਣ। ਪਰਮਾਤਮਾ ਵੀ ਗਾਂਢਣਹਾਰ ਹੈ ਅਤੇ ਗੁਰੂ ਵੀ ਗਾਂਢਣਹਾਰ ਹੈ। ਟੁੱਟੀ ਨੂੰ ਗੰਢਦਾ, ਟੁੱਟੀ ਗੰਢੀ ਗੁਰਦੁਆਰਾ ਬਣਿਆ ਹੋਇਆ ਨਾ ਮੁਕਤਸਰ, ਜਿਹੜੇ ਗਏ ਹੋਏ, ਜਿੱਥੇ ਉਹਨਾਂ ਬੇਦਾਵਾ ਪਾੜਿਆ ਸੀ, ਉਸ ਸਥਾਨ 'ਤੇ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ। ਟੁੱਟੀ ਗੰਢੀ, ਟੁੱਟੀ ਗਾਂਢਣਹਾਰ ਗੋਪਾਲ। ਗੋਪਾਲ ਇਹ ਟੁੱਟਿਆਂ ਨੂੰ ਗੰਢ ਲੈਂਦਾ ਹੈ। ਜਦੋਂ ਮਨੁੱਖ ਆ ਜਾਂਦਾ ਸਹੀ ਰਾਹ 'ਤੇ, ਸੋਝੀ ਆ ਜਾਂਦੀ ਹੈ ਕਿ ਉਹ ਪਰਮਾਤਮਾ ਨੂੰ ਭੁਲਾਉਣ ਕਾਰਨ ਹੀ ਮੇਰੀ ਉਹਦੇ ਨਾਲ ਟੁੱਟ ਫੁੱਟ ਹੋ ਗਈ ਹੈ।
ਜਦੋਂ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦਾ, ਜਪੀ ਜਾਂਦਾ ਜਪੀ ਜਾਂਦਾ ਜਪੀ ਜਾਂਦਾ, ਪਰਮਾਤਮਾ ਇੱਕ ਦਿਨ ਫਿਰ ਕਰੈਕਸ਼ਨ ਜੋੜ ਦਿੰਦਾ। ਬਸ ਵੀ ਕੋਈ ਨਹੀਂ, ਹੁਣ ਠੀਕ ਹੈ। ਕਹਿੰਦੇ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਨਾ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਹਾਂਜੀ, ਫਿਰ ਪਰਮਾਤਮਾ ਗੰਢ ਟੁੱਟੀਆਂ ਗੰਢ ਦਿੰਦਾ। ਇਸ ਲਈ ਆਸਵੰਦ ਰਹਿਣਾ ਚਾਹੀਦਾ, ਆਸਵੰਦ ਰਹਿਣਾ ਚਾਹੀਦਾ। ਠੀਕ ਹੈ, ਮੇਰੀ ਮੂਰਖਤਾ ਅਗਿਆਨਤਾ ਕਾਰਨ ਮੇਰੀ ਰੱਬ ਨਾਲ ਟੁੱਟ ਗਈ ਹੈ। ਹੁਣ ਰੱਬ ਨਾਲ ਟੁੱਟਣ ਕਰਕੇ ਰੱਬ ਨਾਲ ਵਿਛੋੜਾ ਪੈ ਗਿਆ। ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ। ਵਿਛੋੜਾ ਸਾਡਾ ਕਿਸੇ ਨਾਲ ਵੀ ਪੈ ਜਾਏ, ਭਰਾਵਾਂ ਦਾ ਵਿਛੋੜਾ ਪੈ ਜਾਏ, ਮਾਤਾ ਪਿਤਾ ਦਾ ਵਿਛੋੜਾ ਪੈ ਜਾਏ, ਧੀ ਪੁੱਤ ਦਾ ਵਿਛੋੜਾ ਪੈ ਜਾਏ, ਵਿਛੋੜਾ ਤਾਂ ਵਿਛੋੜਾ ਹੀ ਹੁੰਦਾ। ਵਿਛੋੜੇ 'ਚ ਤਾਂ ਹਮੇਸ਼ਾ ਹੀ ਦੁੱਖ ਹੁੰਦਾ, ਮਿਲਾਪ 'ਚ ਹੀ ਸੁੱਖ ਹੁੰਦਾ ਹੈ। ਜਦੋਂ ਫਿਰ ਦੁਖੀ ਆ ਜਾਂਦਾ, ਦੁਖੀ ਹੋ ਜਾਂਦਾ, ਫਿਰ ਕੋਈ ਸੰਤ ਮਾਤਾ ਸਮਝਾਉਂਦਾ, ਭਲਿਆ ਮਾਨਸਾ ਤੇਰੇ ਦੁੱਖ ਦਾ ਕਾਰਨ ਪਰਮਾਤਮਾ ਨੂੰ ਤੇਰੀ ਟੁੱਟ ਫੁੱਟ ਹੋ ਗਈ ਆ, ਵਿਛੋੜਾ ਪੈ ਗਈ। ਅਤੇ ਵਿਛੋੜਾ ਪੈਣ ਨੂੰ ਪਤਾ ਨਹੀਂ ਕਿੰਨੀਆਂ ਸਦੀਆਂ ਬੀਤ ਗਈਆਂ ਨੇ। ਤੂੰ ਭਜਨ ਬੰਦਗੀ ਕਰ, ਹੌਲੀ ਹੌਲੀ ਤੂੰ ਪਰਮਾਤਮਾ ਦੇ ਨੇੜੇ ਚਲਾ ਜਾਏਗਾ। ਜਦੋਂ ਪਰਮਾਤਮਾ ਨੂੰ ਪਤਾ ਲੱਗ ਜਾਏਗਾ, ਇਹਨੂੰ ਆ ਗਈ ਸੋਝੀ, ਇਹ ਮੈਨੂੰ ਮਿਲਣਾ ਚਾਹੁੰਦਾ, ਉਹ ਫਿਰ ਆਪੇ ਤੇਰੀ ਬਾਂਹ ਫੜ ਕੇ ਤੈਨੂੰ ਮਿਲਾ ਲਵੇਗਾ। ਇਸ ਲਈ ਟੂਟੀ ਗਾਂਢਣ ਹਾਰ ਗੋਪਾਲ। ਇੱਥੇ ਗੱਗੇ ਨੂੰ ਹੋੜਾ ਵੀ ਪਾਇਆ ਅਤੇ ਗੱਗੇ ਨੂੰ ਔਂਕੜ ਵੀ ਪਾਈ ਹੈ। ਅਤੇ ਪੜ੍ਹਨ ਵਾਲਾ ਸੋਚਦਾ ਵੀ ਦੋਨਾਂ 'ਚ ਕੀ ਕਰਾਂ ਜੀ। ਗੁਰੂ ਮਹਾਰਾਜ ਕਹੇ ਅਸਲੀ ਸ਼ਬਦ ਹੈ ਗੋਪਾਲ। ਗੋ ਮੈਨੇ ਧਰਤੀ, ਪਾਲ ਮੈਨੇ ਪਾਲਣ ਵਾਲਾ, ਜੋ ਸ੍ਰਿਸ਼ਟੀ ਨੂੰ ਪਾਲਦਾ ਹੈ। ਪਰ ਇੱਥੇ ਕਿਉਂਕਿ ਗਾਇਨ ਕਰਨਾ ਹੈ, ਗਾਇਨ ਦੇ ਵਿੱਚ ਜੇ ਪੜ੍ਹਦੇ ਗੋਪਾਲ ਟਾਈਮ ਜ਼ਿਆਦਾ ਲੱਗਦਾ ਹੈ। ਇੱਥੇ ਗਾਇਨ ਕਰਨੇ ਸੇ ਗੋਪਾਲ ਔਂਕੜ ਨਾ ਬੋਲਣਾ। ਟੂਟੀ ਗਾਂਢਣ ਹਾਰ ਗੋਪਾਲ, ਇਹਨੂੰ ਟੂਟੀ ਗਾਂਢਣ ਹਾਰ ਗੋਪਾਲ ਨਹੀਂ ਪੜ੍ਹਨਾ, ਗੋਪਾਲ। ਕਿਤੇ ਗੋਬਿੰਦ ਗੱਗੇ ਨੂੰ ਔਂਕੜ ਨਾ ਲਿਖਿਆ, ਕਿਤੇ ਗੱਗੇ ਨੂੰ ਹੋੜੇ ਨਾ ਲਿਖਿਆ, ਗੋਬਿੰਦ। ਜੋ ਲੰਮਾ ਸਮਾਂ ਲਾਉਣਾ ਹੈ ਫਿਰ ਹੋੜਾ ਲੈ ਗੋਬਿੰਦ, ਜੋ ਥੋੜ੍ਹਾ ਸਮਾਂ ਲੈਣਾ ਫਿਰ ਔਂਕੜ ਲੈ ਗੋਬਿੰਦ। ਛੇਤੀ ਨਹੀਂ ਪੜ ਗਿਆ ਨਾ ਕੰਮ। ਇਸ ਬੜੇ ਧਿਆਨ ਨਾਲ ਸਪੈਲਿੰਗ ਲਿਖੇ ਹੋਏ ਨੇ। ਹਾਂਜੀ, ਦੋ ਲਿਖੇ ਨੇ, ਕਿਤੇ ਅਗਲਾ ਇਹ ਨਾ ਸਮਝੇ ਗੁਰੂ ਮਹਾਰਾਜ ਸਪੈਲਿੰਗ ਨਹੀਂ ਆਉਂਦੇ। ਉਹਨਾਂ ਕਿ ਨਹੀਂ, ਅਸਲ ਸਪੈਲਿੰਗ ਤਾਂ ਹੈਗੇ ਗੋਪਾਲ, ਪਰ ਇੱਥੇ ਨੂੰ ਗੋਪਾਲ ਬੋਲਣਾ। ਇਹ ਸਿਰ ਗੁਰਬਾਣੀ 'ਚ ਦੋ ਮਾਤਰਾ ਇੱਕ ਅੱਖਰ ਨੂੰ ਲੱਗੀਆਂ, ਨਹੀਂ ਤਾਂ ਅੱਜ ਦੀ ਪੰਜਾਬੀ 'ਚ ਨਹੀਂ ਹੁੰਦੀਆਂ। ਜੇ ਹੋੜਾ ਲੱਗਾ ਤਾਂ ਹੇਠਾਂ ਔਂਕੜ ਨਹੀਂ ਲੱਗਾ ਹੁੰਦਾ, ਜੇ ਔਂਕੜ ਲੱਗਾ ਤਾਂ ਹੋੜਾ ਨਹੀਂ ਲੱਗਾ ਹੁੰਦਾ, ਇੱਕੋ ਹੀ ਮਾਤਰਾ ਲੱਗੀ ਹੁੰਦੀ। ਸਰਬ ਜੀਆਂ ਆਪੇ ਪ੍ਰਤਿਪਾਲ, ਪ੍ਰਤਿਪਾਲ ਇਹਨੂੰ ਪੜ੍ਹਨਾ, ਪ੍ਰਿਤਪਾਲ ਨਹੀਂ ਪੜ੍ਹਦੇ ਨੇ। ਪੰਜਾਬੀਆਂ ਨੂੰ ਨਾ ਹਿੰਦੀ ਤਾਂ ਆਉਂਦੀ ਕੋਈ ਨਹੀਂ, ਇਹ ਆਪਣਾ ਨਾਰਾ ਫਲਾਣਾ ਪ੍ਰਿਤਪਾਲ ਸਿੰਘ। ਪ੍ਰਿਤਪਾਲ ਸਿੰਘ ਨਹੀਂ ਹੁੰਦਾ ਕਿ ਨਹੀਂ, ਉਹ ਅਰਥ ਹੀ ਕੋਈ ਨਹੀਂ ਨਿਕਲਦਾ, ਉਹ ਅਰਥ ਹੀ ਕੋਈ ਨਹੀਂ ਨਿਕਲਦਾ। ਅਸਲ ਸ਼ਬਦ ਹੈ ਪ੍ਰਤਿਪਾਲ। ਪ੍ਰਤੀ ਹੁੰਦਾ ਮਤਲਬ ਚੰਗੀ ਤਰ੍ਹਾਂ, ਪ੍ਰਤਿਪਾਲ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨੀ। ਸਰਬ ਜੀਆਂ ਆਪੇ ਪ੍ਰਤਿਪਾਲ, ਸਾਰੇ ਜੀਵਾਂ ਦੀ ਆਪੇ ਹੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ। ਪਰਮਾਤਮਾ ਨੂੰ ਸਾਰਿਆਂ ਦੀ ਚਿੰਤਾ ਹੈ, ਉਹਨੂੰ ਸਾਰਿਆਂ ਦੀ ਚਿੰਤਾ। ਅਸੀਂ ਆਕੜ ਜਾਂਦੇ, ਹੁਣ ਉਹ ਕੀ ਕਰੇ। ਮਾਂ ਪਿਓ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਹੈ। ਹੁਣ ਬੱਚੇ ਅੱਗੋਂ ਅੱਖਾਂ ਵਿਖਾਵੇ, ਹਾਂਜੀ ਮੈਂ ਨਾ ਮਾਨੂੰ, ਤਾਂ ਫਿਰ ਉੱਥੇ ਦੱਸ ਮਾਂ ਪਿਓ ਕੀ ਕਰਨ ਬਈ। ਹੁਣ ਤਾਂ ਚਿੰਤਾ। ਅਸੀਂ ਪਰਮਾਤਮਾ ਦੇ ਬੱਚੇ ਹਾਂ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਸੰਸਾਰ 'ਤੇ ਆਏ, ਅਤੇ ਨਾ ਤੁਸੀਂ ਆਪਣੀ ਮਰਜ਼ੀ ਨਾਲ ਬੱਚੇ ਨੂੰ ਸੰਸਾਰ 'ਤੇ ਲੈ ਕੇ ਆਏ ਹੋ। ਜੇ ਤੁਹਾਡੀ ਮਰਜ਼ੀ ਹੁੰਦੀ ਫਿਰ ਇੱਕ ਨਾ ਹੁੰਦਾ, ਦੋ ਤਿੰਨ ਜਿੰਨੇ ਮਰਜ਼ੀ ਪੈਦਾ ਕਰ ਲੈਂਦੇ। ਜੇ ਤੁਹਾਡੀ ਮਰਜ਼ੀ ਦੀ ਕੁੜੀ ਪੈਦਾ ਹੀ ਨਾ ਤੁਸੀਂ ਕਰਦੇ, ਮੁੰਡੇ ਤੇ ਹੁਣ ਮੁੱਕ ਜਾਣਾ ਸੀ ਸੰਸਾਰ, 50 ਤੇ ਮੁੱਕ ਜਾਣਾ ਸੀ ਹੁਣ, ਬਾਕੀ ਤਾਂ ਮੈਨੂੰ ਪਤਾ ਕੋਈ ਨਹੀਂ। ਜੇ ਕਿਤੇ ਰੱਬ ਸਾਡੀ ਮੰਨ ਲੈਂਦਾ ਨਾ, ਅਜੇ ਤਾਂ ਕੁੜੀ ਪੈਦਾ ਹੀ ਨਹੀਂ ਸੀ ਕਰਨੀ। ਸਤਿ ਸ੍ਰੀ ਅਕਾਲ ਸੀ ਬਸ। ਕੁੜੀ ਦੇ ਪੈਦਾ ਕੋਈ ਵਧਾਈ ਨਹੀਂ ਦਿੰਦਾ, ਮੁੰਡਾ ਪੈਦਾ ਵਧਾਈਆਂ ਜੀ, ਵਧਾਈਆਂ ਜੀ। ਨਾਲ ਦੀ ਨਾਲ ਜਿਹਦੇ ਹੋਇਆ ਉਹ ਵੀ ਖਿੜ ਜਾਂਦੀ ਹੈ, ਅਤੇ ਜਿਹੜੇ ਵੇਖ ਉਹ ਵੀ ਖਿੜ ਉੱਠਦੇ ਨੇ। ਨਹੀਂ ਤਾਂ ਬਸ ਮੁਰਝਾਏ ਹੋਏ ਚਿਹਰੇ। ਹਾਂਜੀ, ਮੁੰਡਾ ਹੋਵੇ ਫਟ ਟੈਲੀਫੋਨ ਕੁੜੀ ਦੇ ਪੇਕੇ ਕਰਨਗੇ, ਚੰਗੀ ਹੋਇਆ ਜੀ। ਹਾਂਜੀ, ਜੇ ਕੁੜੀ ਉਹ ਕਰਦੇ ਨਹੀਂ ਆਪੇ ਸਮਝ ਜਾਣਗੇ, ਆਪੇ ਸਮਝ ਜਾਣਗੇ। ਕਰਦੇ ਹੀ ਨਹੀਂ ਵੀ ਆਪੇ ਸਮਝ ਜਾਣਗੇ। ਉਹਨਾਂ ਨੂੰ ਗਿਆਨ ਹੀ ਨਹੀਂ।
ਅਸੀਂ ਲੋਕ ਪੁੱਤਰ ਕਿਉਂ ਪੈਦਾ ਕਰਦੇ ਨੇ? ਉਹ ਆਪਣੀ ਥਾਂ 'ਤੇ ਠੀਕ ਨੇ ਵੀ ਪੁੱਤਰ ਹੋਣਾ ਚਾਹੀਦਾ ਹੈ। ਅਲੱਗ ਕਹਿੰਦੇ ਧੀ ਤੇ ਪ੍ਰਾਇਤਾ ਨੇ, ਇਹਨਾਂ ਦੇ ਵਿਆਹ ਜਾਣਾ, ਪਤਾ ਨਹੀਂ ਕਿੱਥੇ ਚਲੀ ਜਾਣਾ ਹੈ, ਅਤੇ ਬੁਢਾਪੇ ਸਾਨੂੰ ਕੌਣ ਪਾਲੇਗਾ? ਇਸ ਗੱਲ ਨੂੰ ਸੋਚ ਕੇ ਪੁੱਤਰ ਚਾਹੁੰਦੇ ਨੇ, ਚਾਹੇ ਪੁੱਤਰ ਦੇ ਕੋਲ ਹੀ ਰਹੇਗਾ ਨਾ। ਅੱਜ ਦੇ ਜ਼ਮਾਨੇ ਚਾਹੇ ਆਸਟ੍ਰੇਲੀਆ ਚਾਹੇ ਅਮਰੀਕਾ 'ਚ ਗੱਲ ਵੱਖਰੀ ਹੈ, ਪਰ ਇਸ ਉਮੀਦ ਨਾਲ ਹੀ ਪੈਦਾ ਕੀਤੇ ਨੇ ਬੁਢਾਪੇ ਸਾਨੂੰ ਇਹ ਸਾਂਭੇਗਾ। ਵੀ ਕੁੜੀ ਨੇ ਤਾਂ ਸਾਂਭਣਾ ਨਹੀਂ, ਉਹ ਤਾਂ ਪਤਾ ਕਿੱਥੇ ਵਿਆਹ ਦਾ 100 ਮੀਲ 'ਤੇ ਹੋ ਜਾਏ, 200 ਮੀਲ 'ਤੇ, 50 ਮੀਲ 'ਤੇ ਹੋ ਜਾਏ, ਉਹਦਾ ਆਪਣਾ ਪਰਿਵਾਰ, ਆਪਣੀ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਹ ਪਤੀ ਦੀ ਆਗਿਆ ਤੋਂ ਬਿਨਾਂ ਨਹੀਂ ਆਪਣੇ ਮਾਂ ਬਾਪ ਨੂੰ ਆਪਣੇ ਕੋਲ ਰੱਖ ਸਕਦੀ, ਆਗਿਆ ਹੋਏਗੀ ਤਾਂ ਹੀ ਨਾ ਜੀ। ਸੋ ਇਸ ਕਰਕੇ ਲੋਕ ਜਿਹੜੇ ਨੇ ਇਹ ਪੁੱਤਰ ਚਾਹੁੰਦੇ ਹਨ। ਬਾਹਰਲੇ ਦੇਸ਼ਾਂ 'ਚ ਕਿ ਉੱਥੇ ਸਰਕਾਰ ਪਾਲਦੀ ਹੈ ਬੁੱਢਿਆਂ ਨੂੰ, ਇਸ ਲਈ ਉਹਨਾਂ ਨੂੰ ਕੋਈ ਚਿੰਤਾ ਨਹੀਂ, ਪੁੱਤਰ ਹੋਵੇ ਨਾ ਹੋਵੇ, ਹੋਵੇ ਨਾ ਹੋਵੇ, ਆਪਾਂ ਨੇ ਕੀ ਲੈਣਾ। ਉੱਥੇ 18 ਸਾਲਾਂ ਬਾਅਦ ਜੀ ਮੁੰਡੇ ਨੂੰ ਘਰੋਂ ਕੱਢ ਦਿੰਦੇ ਨੇ, ਚੱਲ ਕਹਿੰਦੇ 18 ਸਾਲਾਂ ਦਾ ਦੌੜੇ, ਸਾਡਾ ਘਰ ਛੱਡ ਜਾ, ਆਪਣਾ ਕਮਾ ਤੇ ਖਾ। ਇੱਕ ਪੰਜਾਬੀ ਮੁੰਡਾ ਦਾ ਇੱਕ ਅੰਗਰੇਜ਼ ਮੁੰਡਾ ਦੋਸਤ ਬਣ ਗਿਆ। ਉਹਨੇ ਸੋਚਿਆ ਯਾਰ ਇਹ ਬੜੇ ਆਪਣੇ ਮਾਂ ਪਿਓ ਦੀ ਸੇਵਾ ਕਰਦੇ ਨੇ, ਵੀ ਮੈਂ ਵੀ ਵੱਡਾ ਹੋ ਕੇ ਕਰਿਆ ਕਰਾਂਗਾ। ਜਦੋਂ 18 ਸਾਲਾਂ ਦਾ ਅੰਗਰੇਜ਼ ਲੜਕਾ ਹੋਇਆ, ਮਾਂ ਪਿਓ ਘਰੋਂ ਨਿਕਲ ਚੱਲ, ਉਹ ਕਹਿੰਦੇ ਨਹੀਂ ਮੈਂ ਤੁਹਾਡੀ ਸੇਵਾ ਕਰਨਾ, ਨਾ ਕਹਿੰਦਾ ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ, ਘਰੋਂ ਨਿਕਲ, 18 ਸਾਲਾਂ ਦਾ ਹੋ ਗਿਆ ਤੂੰ। ਉਹਨਾਂ ਦਾ ਸਰਦਾ ਹੈ ਬੁਢਾਪੇ ਦੇ ਵਿੱਚ ਸਰਕਾਰਾਂ ਪੈਨਸ਼ਨ ਦਿੰਦੀਆਂ ਨੇ, ਬੁਢਾਪੇ ਸਰਕਾਰਾਂ ਉੱਥੇ ਪਾਲਦੀਆਂ ਨੇ, ਇਸ ਲਈ ਉਹਨਾਂ ਨੂੰ ਕੋਈ ਨਹੀਂ ਵੀ ਸਾਡੇ ਪੁੱਤਰ ਹੋਵੇ ਜਾਂ ਨਾ ਹੋਵੇ। ਇੱਥੇ ਕਿਉਂਕਿ ਨਾ ਸਾਨੂੰ ਬੁਢਾਪਾ ਕੋਈ ਪੈਨਸ਼ਨ ਕਿਸੇ ਨੇ ਦੇਣੀ, ਅਤੇ ਨਾ ਸਾਨੂੰ ਬੁਢਾਪੇ 'ਚ ਸਰਕਾਰ ਨੇ ਪਾਲਣਾ, ਅਤੇ ਫਿਰ ਇਹੀ ਹੁੰਦਾ ਜੇ ਪੁੱਤਰ ਹੋਏਗਾ ਤਾਂ ਪਾਲੂਗਾ ਭਾਈ। ਇਸ ਕਰਕੇ ਪੁੱਤਰ ਮੰਗਦੇ ਨੇ ਹਿੰਦੁਸਤਾਨ ਦੇ ਬਹੁਤੇ ਲੋਕ, ਆਹ ਕਾਰਨ ਹੈ। ਪਰ ਜੇ ਧਰਮ ਦਾ ਗਿਆਨ ਹੋ ਜਾਏ ਤਾਂ ਫਿਰ ਧਰਮ ਕਹਿੰਦਾ ਕਰ ਸੁੱਖ ਤਾਂ ਤੁਹਾਡੇ ਆਪਣੇ ਕਰਮਾਂ ਦਾ ਹੈ। ਜੇ ਤੁਹਾਡੇ ਭਾਗਾਂ 'ਚ ਸੁੱਖ ਲਿਖਿਆ ਤਾਂ ਕੁੜੀ ਨੇ ਵੀ ਸੁੱਖ ਦੇ ਜਾਣਾ ਅਤੇ ਮੁੰਡੇ ਨੇ ਵੀ ਸੁੱਖ ਦੇ ਜਾਣਾ, ਅਤੇ ਜੇ ਭਾਗਾਂ 'ਚ ਸੁੱਖ ਨਹੀਂ ਲਿਖਿਆ ਤਾਂ ਫਿਰ ਕਿਸੇ ਨੇ ਵੀ ਨਹੀਂ ਦੇਣਾ, ਜੇ ਭਾਗਾਂ ਸੁੱਖ ਲਿਖਿਆ 7 ਬਗਾਨਿਆਂ ਨੇ ਵੀ ਸੁੱਖ ਦੇ ਜਾਣਾ ਹੈ, ਜੇ ਨਹੀਂ ਲਿਖਿਆ ਤਾਂ ਆਪਣੇ ਨੇ ਸੂਲੀ 'ਤੇ ਟੰਗੀ ਰੱਖਣਾ ਹੈ। ਕਿੰਨੇ ਹੀ ਪੇਰੈਂਟਸ ਜਿਹੜੇ ਆਪਣੇ ਬੱਚੇ ਤੋਂ ਅਤੀ ਦੁਖੀ ਹੈ। ਇੱਕ ਮਾਂ ਇੱਥੇ ਆਉਂਦੀ ਹੁੰਦੀ ਹੈ, ਵਿਚਾਰੀ ਅਰਦਾਸ ਕਰਨ ਦੀ, ਬਾਬਾ ਜੀ ਮੇਰਾ ਪੁੱਤਰ ਕਦੋਂ ਮਰੇਗਾ? ਮੈਂ ਕਿਹਾ ਜੀ ਤਾਂ 5 ਸਾਲ ਹੋਰ ਜਾਵੇਗਾ। ਨਹੀਂ ਬਾਬਾ ਜੀ ਮੈਨੂੰ ਕੋਈ ਪਾੜ ਦੇ ਦਿਓ, ਛੇਤੀ ਮਰ ਜੇ। ਮੈਂ ਦੱਸੋ ਕਿਤਨੀ ਦੁਖੀ ਹੋਵੇਗੀ, ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਨਹੀਂ ਤਾਂ ਕਿਹੜੀ ਮਾਂ ਜਿਹੜੀ ਕਹਿੰਦੀ ਮੇਰਾ ਪੁੱਤਰ ਮਰ ਜੇ। ਹਾਂਜੀ, ਮੈਂ ਆਪ ਹੀ ਭਾਵਕ ਹੋ ਜਾਂਦਾ ਸੀ ਉਹ ਸੁਣ ਕੇ ਵੀ, ਦੇਖ ਕਿਤਨੀ ਦੁਖੀ ਹੈ। ਇੱਕ ਦੇ ਪੁੱਤਰ ਨੂੰ 5 ਸਾਲ ਦੀ ਸਜ਼ਾ ਹੋ ਗਈ ਹੈ, ਪੁੱਤਰ ਜ਼ਮਾਨਤ ਕਰਾਉਣ ਨੂੰ ਫਿਰਦਾ, ਮਾਂ ਨੂੰ ਪਤਾ ਲੱਗ ਗਿਆ, ਮੇਰੇ ਕੋਲ ਆਈ, ਕਹਿੰਦੇ ਬਾਬਾ ਜੀ ਮੇਰਾ ਪੁੱਤਰ ਜ਼ਮਾਨਤ ਕਰਾਉਣਾ ਚਾਹੁੰਦਾ, ਮੈਨੂੰ ਪਹਾੜ ਦੇ ਦਿਓ, ਉਹਦੀ ਜ਼ਮਾਨਤ ਨਾ ਹੋਵੇ। ਦੇਖੋ ਮੈਂ ਜੀ ਕਿਉਂ? ਕਹਿੰਦੇ ਮੈਂ ਉਸ ਤੋਂ ਬੜੀ ਤੰਗ ਸੀ, ਮੈਂ ਸ਼ੁਕਰ ਕੀਤਾ ਉਹਨੂੰ ਕੈਦ ਹੋਈ ਹੈ, ਜੇ ਬਾਹਰ ਆ ਕੇ ਮੈਨੂੰ ਫਿਰ ਦੁਖੀ ਕਰੇਗਾ, ਉਹ ਜੇਲ੍ਹ 'ਚ ਹੀ ਹੋਣਾ ਚਾਹੀਦਾ ਹੈ। ਪੈਦਾ ਕਾਹਦੇ ਲਈ ਕੀਤਾ ਸੀ? ਵੀ ਬੁਢਾਪੇ 'ਚ ਪਾਲੇਗਾ, ਸੁੱਖ ਮਿਲੇਗਾ। ਪਰ ਅਗਿਆਨੀ ਹੈ ਮਨੁੱਖ, ਸੁੱਖ ਦੇ ਆਪਣੇ ਕਰਮਾਂ ਦਾ। ਜੇ ਤੁਹਾਡੇ ਭਾਗਾਂ ਸੁੱਖ ਲਿਖਿਆ ਤੁਹਾਨੂੰ ਬਗਾਨਿਆਂ ਨੇ ਵੀ ਸੁੱਖ ਦੇ ਜਾਣਾ, ਅਤੇ ਜੇ ਨਹੀਂ ਲਿਖਿਆ ਤੁਹਾਨੂੰ ਆਪਣੇ ਨੇ ਸੂਲੀ ਟੰਗੀ ਰੱਖਣਾ। ਇਸ ਲਈ ਭਜਨ ਬੰਦਗੀ ਕਰਿਆ ਕਰੋ ਬਸ। ਇਹ ਆਸਾਂ ਲਾ ਛੱਡੋ ਕਿ ਫਲਾਣਾ ਸਾਡੀ ਮਦਦ ਕਰੇਗਾ, ਫਲਾਣਾ ਪੁੱਤ ਮਦਦ ਕਰੇ, ਧੀ ਮਦਦ ਕਰੇਗੀ, ਉਹ ਵੱਧ ਤੋਂ ਵੱਧ ਕਰੇਗੇ, ਉਹ ਬਾਪੂ ਬਾਹਰ ਆ ਜਾਈ, ਆਪ ਛੱਡ ਕੇ ਬਾਹਰ ਚੱਲਿਆ। ਅਤੇ ਉਹ ਕਹਿੰਦਾ ਭਾਈ ਸਾਨੂੰ ਬੁਢਾਪੇ 'ਚ ਕੌਣ ਪਾਲੂਗਾ? ਉੱਥੇ ਆ ਜਾਓ ਡੈਡੀ, ਮੇਰੇ ਕੋਲ ਰਹੋ। ਉੱਥੇ ਜਾਂਦੇ ਉੱਥੇ ਜੀਅ ਨਹੀਂ ਲੱਗਦਾ ਹੈ, ਉੱਥੇ ਕਲਚਰ ਹੀ ਨਹੀਂ ਹੈਗਾ। ਇੱਥੋਂ ਬੁੱਢਿਆਂ ਦਾ ਉੱਥੇ ਜੀਅ ਲੱਗਦਾ, ਬਸ ਰੁਲ ਜਾਂਦੇ ਨੇ ਵਿਚਾਰੇ। ਚਲੋ ਦਾਤਾ ਭਲੀ ਕਰੇ। ਸੋ ਗੁਰੂ ਮਹਾਰਾਜ ਸਮਝਾਉਂਦੇ ਨੇ ਇਹ ਸੁੱਖ ਦੁੱਖ ਤਾਂ ਆਪਣੇ ਕਰਮਾਂ ਦਾ ਹੈ, ਕਿਸੇ 'ਤੇ ਉਮੀਦ ਨਾ ਰੱਖੋ ਕਿ ਇਸ ਤੋਂ ਮੈਨੂੰ ਸੁੱਖ ਮਿਲੇਗਾ। ਮਿਲ ਗਿਆ ਵੈਲ ਐਂਡ ਗੁੱਡ, ਨਾ ਮਿਲਿਆ ਨਾ ਸੇ ਭਾਈ, ਇਸ ਤੋਂ ਨਹੀਂ ਸੀ ਮੈਨੂੰ ਮਿਲਣਾ। ਸੋ ਗੁਰੂ ਮਹਾਰਾਜ ਕਹਿੰਦੇ ਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸ਼ੀ ਪ੍ਰਭ ਆਪੇ ਆਪ। ਹੇ ਮੇਰੇ ਮਨ ਤੂੰ ਸਦਾ ਹੀ ਪਰਮਾਤਮਾ ਜਾਪ ਕਰਦਾ ਰਿਹਾ। ਪਰਮਾਤਮਾ ਅਬਿਨਾਸ਼ੀ ਹੈ ਕਿਉਂਕਿ ਉਹ ਆਪਣੇ ਆਪ ਤੋਂ ਹੈ।
ਜੇ ਉਹਨੂੰ ਕਿਸੇ ਨੇ ਪੈਦਾ ਕੀਤਾ ਹੁੰਦਾ, ਕਿਸੇ ਨੇ ਬਣਾਇਆ ਹੁੰਦਾ ਤਾਂ ਉਸ ਨੂੰ ਕੋਈ ਮਾਰ ਵੀ ਸਕਦਾ ਸੀ, ਕੋਈ ਢਾਹ ਵੀ ਸਕਦਾ ਸੀ। ਉਹ ਤਾਂ ਆਪਣੇ ਆਪ ਤੋਂ ਹੈ, ਇਸ ਲਈ ਉਹ ਅਬਿਨਾਸ਼ੀ ਹੈ, ਉਹ ਸਦਾ ਰਹਿਣ ਵਾਲਾ ਹੈ। ਆਪਨ ਕੀਆ ਕਛੂ ਨਾ ਹੋਏ, ਜੇ ਸਭ ਪ੍ਰਾਣੀ ਲੋਚੈ ਕੋਏ। ਜੇ ਕੋਈ ਪ੍ਰਾਣੀ ਚਾਹੇ ਕਿ ਮੈਂ ਆਹ ਕਰ ਸਕਦਾ ਹਾਂ, ਮੈਂ ਆਹ ਕਰ ਦਿਆਂਗਾ, ਤਾਂ ਕਹਿੰਦਾ ਜੋ ਚਾਰੇ ਉਸ ਤਰ੍ਹਾਂ ਹੁੰਦਾ ਨਹੀਂ ਹੈਗਾ। ਆਪਨ ਕੀਆ ਕਛੂ ਨਾ ਹੋਏ, ਆਪਣੇ ਕੀਤਿਆਂ ਕੁਝ ਨਹੀਂ ਹੁੰਦਾ। ਜੇ 100 ਪ੍ਰਾਣੀ ਲੋਚੈ ਕੋਏ, ਜੇ ਕੋਈ ਪ੍ਰਾਣੀ 100 ਵਾਰ ਵੀ ਚਾਹੇ ਤਾਂ ਵੀ ਉਹਦੇ ਕੀਤਿਆਂ ਕੁਛ ਨਹੀਂ ਹੁੰਦਾ। ਉਹੀ ਹੋਣਾ ਜੋ ਪਰਮਾਤਮਾ ਨੇ ਚਾਹਣਾ ਹੈ। ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਪਰਮਾਤਮਾ ਤੋਂ ਬਿਨਾਂ ਤੇਰੇ ਕਿਸੇ ਕੰਮ ਹੀ ਨਹੀਂ ਆਉਣਾ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੇ ਕਿਸੇ ਕੰਮ ਨਹੀਂ ਆਉਣਾ। ਗਤ ਨਾਨਕ ਜਪ ਏਕ ਹਰ ਨਾਮ, ਹਰੀ ਦਾ ਨਾਮ ਜਪ ਕੇ ਤੇਰੀ ਗਤੀ ਹੋਣੀ ਹੈ, ਤੇਰੀ ਮੁਕਤੀ ਹੋਣੀ ਹੈ, ਇਸ ਲਈ ਉਹਦਾ ਨਾਮ ਜਪ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ। ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਸੁਹਾਵਣੀ ਲੱਗ ਰਹੀ ਹੈ, ਇਸ ਕਰਕੇ ਰੂਪਵੰਤ ਹੈ। ਜੇ ਅਸੀਂ ਸੋਹਣੇ ਹਾਂ ਤਾਂ ਪਰਮਾਤਮਾ ਦੀ ਜੋਤ ਕਾਰਨ ਹਾਂ। ਪਰਮਾਤਮਾ ਆਪਣੀ ਜੋਤ ਖਿੱਚ ਲੈ, ਡੈਡ ਬੋਡੀ ਹੁੰਦੀ, ਕੋਈ ਵੇਖਣ ਨੂੰ ਜੀਅ ਨਹੀਂ ਕਰਦੇ ਉਹਦੇ ਵੱਲ। ਹਾਂਜੀ, ਕਾਢੋ ਕਾਢੋ ਹੋਈ, ਉਹਨੂੰ ਢੱਕ ਦਿੰਦੇ ਨੇ। ਜੇ ਬੰਦਾ ਮਰ ਜਾਂਦਾ ਨਾ, ਉਹ ਨੰਗਿਆਂ ਨਹੀਂ ਰੱਖਦੇ, ਉਹਨੂੰ ਢੱਕ ਦਿੰਦੇ ਨੇ ਵੀ ਚੱਲ। ਕੋਈ ਧੀ ਤੋਂ ਪੁੱਤ ਆ ਗਿਆ ਦੂਰੋਂ ਕਿਤੇ, ਉਹ ਕਹਿੰਦਾ ਜਾਂਦਾ ਮੂੰਹ ਵੇਖ ਲਈ। ਮੈਂ ਦਿਲ ਸੋਚਦਾ ਹੁਣ ਕੀ ਕਰੋਗੇ, ਸਾਰੀ ਉਮਰ ਵੇਖਦੇ ਰਹੇ, ਉਹੀ ਹੋਈ ਹੈ ਹੁਣ। ਮਰਿਆ ਕਿਹੜਾ ਸੋਹਣਾ ਲੱਗਣਾ। ਮੈਂ ਤਾਂ ਕਦੇ ਕਦੇ ਡੈਡ ਬੋਡੀ ਦੇ ਮੂੰਹ ਨਹੀਂ ਵੇਖਿਆ, ਨਾ ਬਾਪੂ ਦਾ, ਨਾ ਬੇਬੇ ਦਾ, ਨਾ ਭਰਾਵਾਂ ਦਾ। ਘਰ ਤਾਂ ਚਲ ਹੈ ਹੀ ਮੂੰਹ ਨੰਗਾ ਸੀ, ਢੱਕਿਆ ਹੀ ਨਹੀਂ ਸੀ ਉਹਦਾ, ਉਹ ਤਾਂ ਦਿਸਣਾ ਹੀ ਸੀ ਉਹਦਾ ਜਦੋਂ ਨੰਗਾ ਹੀ ਮੂੰਹ ਹੈ। ਕੀ ਦੇਖਣਾ ਹੁੰਦਾ, ਸਾਰੀ ਉਮਰ ਤਾਂ ਦੇਖਿਆ ਹੋਇਆ, ਮਰਨ ਵੇਲੇ ਮਰੇ ਹੋਏ ਤਾਂ ਹੁਣ ਕੀ ਵੇਖਣਾ ਹੁੰਦਾ। ਹਾਂਜੀ, ਚਲੋ ਆਪਣਾ ਆਪਣਾ ਸ਼ਰਧਾ ਭਾਵਨਾ ਹੁੰਦੀ ਹੋਣੀ ਹੈ। ਉਹ ਮੇਰੇ ਵਰਗੇ ਤਾਂ ਅਜੀਬ ਜਿਹੇ ਬੰਦੇ ਨੇ। ਹਾਂਜੀ, ਬਾਪੂ ਮਰ ਗਿਆ, ਸਾਰੇ ਰੋ ਰਹੇ ਨੇ, ਮੈਂ ਬੈਠਾ ਟੀਚਰ ਲੱਗਾ ਹੋਇਆ ਸੀ, ਮੈਂ ਤਾਂ ਵੀ ਕੋਈ ਛੋਟਾ ਬੈਠਾ, ਮੈਨੂੰ ਕੋਈ ਰੋਣ ਨਹੀਂ ਆ ਰਿਹਾ। ਪਹਿਲਾਂ ਬੇਬੇ ਮਰ ਗਈ ਤਾਂ ਵੀ ਮੈਂ ਬੈਠਾ ਆਰਾਮ ਨਾਲ, ਇਸ ਨਾਲ ਮੈਨੂੰ ਕੋਈ ਰੋਣ ਨਹੀਂ। ਮੈਨੂੰ ਕਹਿ ਤੂੰ ਰੋਂਦਾ ਨਹੀਂ ਹੈ, ਮੈਨੂੰ ਨਹੀਂ ਰੋਣ ਆਉਂਦਾ। ਬੇਬੇ ਮਰ ਗਈ ਤਾਂ ਨਹੀਂ ਰੋਇਆ, ਬਾਪੂ ਮਰ ਗਏ ਤਾਂ ਨਹੀਂ ਰੋਇਆ, ਭਰਾ ਮਰ ਗਏ ਤਾਂ ਨਹੀਂ ਰੋਇਆ, ਘਰ ਵਾਲੀ ਮਰ ਗਈ ਤਾਂ ਨਹੀਂ ਰੋਇਆ। ਮੈਨੂੰ ਰੋਣ ਹੀ ਨਹੀਂ ਆਉਂਦਾ ਹੈਗਾ। ਸਹਿ ਸੁਭਾਅ ਮੇਰਾ ਨਾ ਮਰ ਗਿਆ ਨਹੀਂ ਤਾਂ ਕੋਈ ਪਿੱਠ ਪਟੂਗਾ ਜੇ ਘਰ 'ਚ ਪਿਆਰ ਦਾ ਕਿੰਨੀ ਦੇਰ। ਹਾਂਜੀ, ਨਹੀਂ ਆਉਂਦਾ, ਆਪਣਾ ਆਪਣਾ ਸੁਭਾਅ ਹੁੰਦਾ ਹੈਗਾ। ਇੱਕ ਅਥਰੂ ਨਹੀਂ, ਇੰਨੇ ਮੇਰੇ ਸਾਹਮਣੇ ਮੌਤਾਂ ਪਰਿਵਾਰ ਦੀਆਂ ਹੋ ਗਈਆਂ, ਇੱਕ ਅਥਰੂ ਨੇ ਮੇਰੀ ਅੱਖ 'ਚੋਂ ਡਿੱਗਿਆ। ਦੁੱਖ ਤਾਂ ਹੁੰਦਾ, ਇਹ ਨਹੀਂ ਕਿ ਦੁੱਖ ਨਹੀਂ ਜੀ। ਹਾਂਜੀ, ਜਿਹਦਾ ਬਾਪ ਮਰ ਜੇ, ਮਾਂ ਮਰ ਜੇ, ਭਰਾ ਮਰ ਜੇ, ਘਰ ਵਾਲੇ, ਦੁੱਖ ਕਿਉਂ ਨਹੀਂ ਹੁੰਦਾ? ਦੁੱਖ ਤਾਂ ਹੁੰਦਾ, ਪਰ ਮੈਂ ਦੱਸਿਆ ਵੀ ਆਪਣੀ ਆਪਣੀ ਹਾਲਤ ਹੈ। ਨਹੀਂ, ਅੱਖਾਂ 'ਚ ਅਥਰੂ ਨਹੀਂ ਹੁੰਦੇ। ਹਾਂਜੀ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ। ਆਪਣੇ ਆਪ 'ਚ ਕੋਈ ਰੂਪਵੰਤ ਨਹੀਂ ਹੈ, ਆਪਣੇ ਆਪ 'ਚ ਨਹੀਂ ਕਿਸੇ ਨੂੰ ਮੋਹ ਸਕਦਾ ਹੋ। ਇਹ ਤਾਂ ਪਰਮਾਤਮਾ ਦੀ ਜੋਤ ਉਹਦੇ ਵਿੱਚ ਹੋਣ ਕਰਕੇ ਰੂਪਵੰਤ ਹੈ, ਇਸ ਲਈ ਉਹ ਮੋਹ ਰਿਹਾ ਦੂਜੇ ਨੂੰ। ਤਨਵੰਤਾ ਹੋਏ ਕਿਆ ਕੋ ਗਰਭ, ਜਾਂ ਸਭ ਕੁਛ ਤਿਸਕਾ ਦੀਆ ਦਰਬ। ਜਦੋਂ ਸਾਰਾ ਦਰਬ ਧਨ ਦੌਲਤ ਪਰਮਾਤਮਾ ਦਾ ਦਿੱਤਾ ਹੋਇਆ ਹੈ, ਤਾਂ ਫਿਰ ਅਮੀਰ ਹੋ ਕੇ ਕਦੇ ਹੰਕਾਰ ਕਾਹਦਾ ਕਰਦੇ? ਹੰਕਾਰ ਕਾਹਦਾ ਕਰਦੇ? ਇਹ ਧਨ ਦੌਲਤ ਉਹਦਾ ਦਿੱਤਾ ਹੋਇਆ ਹੈ। ਦਰਬ ਧਨ ਦੌਲਤ ਨੂੰ ਕਹਿੰਦੇ ਨੇ। ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ, ਜਦੋਂ ਸਾਰਾ ਧਨ ਦੌਲਤ ਪਰਮਾਤਮਾ ਦਾ ਦਿੱਤਾ ਹੋਇਆ ਹੈ। ਧਨਵੰਤਾ ਹੋਏ ਕਿਆ ਕੋ ਗਰਭ ਹੈ। ਹੇ ਇਨਸਾਨ, ਤੂੰ ਅਮੀਰ ਹੋ ਕੇ ਕਿਉਂ ਹੰਕਾਰ ਕਰਦਾ? ਤੂੰ ਕਦਾ ਹੰਕਾਰ ਕਰਦਾ? ਇਹ ਤਾਂ ਪਰਮਾਤਮਾ ਨੇ ਦਿੱਤਾ, ਜਦੋਂ ਮਰਜ਼ੀ ਵਾਪਸ ਲੈ ਲੈ, ਫਿਰ ਪਿਟੇਗਾ। ਅਸੀਂ ਰੋਂਦੇ ਪਿਟਦੇ ਕਿਉਂ ਹਾਂ? ਅਸੀਂ ਸਾਡਾ ਇਹ ਪਰਮਾਤਮਾ ਨੇ ਤਾਂ ਮੈਂ ਤੈਨੂੰ ਦਿੱਤਾ ਵਰਤਣ ਲਈ, ਵਰਤ ਲੈ। ਮੇਰੇ ਜੇ ਮਰਜ਼ੀ ਲੈ ਜਾਊ, ਵਿੱਚੋਂ ਕੁਝ ਹਿੱਸਾ ਲੈ ਜਾਊਂਗਾ, ਸਾਰਾ ਵੀ ਲੈ ਜਾ ਸਕਦਾ ਮੈਂ, ਮੇਰੀ ਮਰਜ਼ੀ ਹੈ। ਬ੍ਰਹਮ ਗਿਆਨੀ ਨੂੰ ਇਸ ਗੱਲ ਦਾ ਗਿਆਨ ਹੁੰਦਾ। ਜਿਵੇਂ ਕਿਤਾਬੀ ਗਿਆਨ ਤਾਂ ਮੈਨੂੰ ਵੀ ਹੋ ਗਿਆ, ਤੁਹਾਨੂੰ ਮੈਂ ਕਰਾ ਰਿਹਾ। ਇਹ ਗਿਆਨ ਹੋਰ ਹੈ।
10 ਰੁਪਏ ਡਿੱਗ ਪੈਣ ਮੈਨੂੰ ਵੀ ਅਫਸੋਸ ਹੋਏਗਾ, ਲੱਭੂਗਾ ਕਿੱਥੇ ਡਿੱਗ ਪਏ ਨੇ। ਇਹ ਤਾਂ ਗੁਰੂ ਮਹਾਰਾਜ ਦੀ ਗੱਲ ਹੈ, ਉਹ ਬ੍ਰਹਮ ਗਿਆਨੀ ਸਨ, ਉਹਨਾਂ ਉਸ ਲੈਵਲ 'ਤੇ ਗੱਲ ਕੀਤੀ ਸਾਨੂੰ ਸਮਝਾਉਣ ਲਈ। ਜਦੋਂ ਸਮਝ ਆ ਜਾਏਗੀ ਫਿਰ ਹੌਲੀ ਹੌਲੀ ਸਹਿਣ ਸ਼ਕਤੀ ਵੱਧ ਜਾਏਗੀ। ਵੀ ਠੀਕ ਹੈ ਭਾਈ, ਅਮੀਰੀ ਵੀ ਉਹਨੇ ਦਿੱਤੀ, ਗਰੀਬੀ ਵੀ ਉਹਨੇ ਦਿੱਤੀ। ਅਸੀਂ ਆਪਣੇ ਆਪ 'ਚ ਨਾ ਅਮੀਰ ਹਾਂ ਅਤੇ ਨਾ ਆਪਣੇ ਆਪ 'ਚ ਗਰੀਬ ਹਾਂ, ਨਾ ਆਪਣੇ ਆਪ 'ਚ ਰੂਪਵੰਤ ਹਾਂ, ਇਹ ਤਾਂ ਉਹਨੇ ਰੂਪ ਦਿੱਤਾ ਹੋਇਆ ਹੈ। ਅਤ ਸੂਰਜ ਜੇ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿਤਾ ਹੋਵੇ। ਕਹੇ ਜੀ ਕੋਈ ਆਪਣੇ ਬੜਾ ਬਹਾਦਰ ਕਹਿਲਾਇਆ, ਮੈਂ ਬੜਾ ਸੂਰਮਾ ਹਾਂ, ਪਰਮਾਤਮਾ ਦਿੱਤੀ ਸ਼ਕਤੀ ਤੋਂ ਬਿਨਾਂ ਤੂੰ ਕਿੱਥੇ ਭੱਜ ਲਏਂਗਾ? ਵੀ ਕੀ ਕਰ ਲਏਗਾ ਤੂੰ? ਪਰਮਾਤਮਾ ਦੀ ਦਿੱਤੀ ਸ਼ਕਤੀ ਤੋਂ ਬਿਨਾਂ ਤੂੰ ਕਿੱਥੇ ਭੱਜੇਗਾ, ਕਿੱਥੇ ਚਲਿਆ ਜਾਏਗਾ? ਹਾਂ, ਕਹੇ ਕਿੱਥੇ ਭੱਜ, ਕਿੱਥੋਂ ਤੱਕ ਦੌੜ ਲਏਗਾ, ਕਿੱਥੇ ਜਾਏਗਾ ਉਹਦੀ ਸ਼ਕਤੀ ਤੋਂ ਬਿਨਾਂ? ਕਿਉਂਕਿ ਸੂਰਮੇ ਨੇ ਤਾਂ ਹਮਲਾ ਕਰਨਾ, ਅਤੇ ਫਿਰ ਕਹਿੰਦਾ ਉਹਦੀ ਸ਼ਕਤੀ ਬਿਨਾਂ ਕਿੱਥੇ ਧਾਵਾ ਕਰੇਗਾ, ਕਿਵੇਂ ਧਾਵਾ ਕਰੇਗਾ? ਕਿਵੇਂ ਵੀ ਅਰਥ ਹੋ ਸਕਦਾ, ਜੇ ਕਹਿ ਪੜਾਂਗੇ ਫਿਰ ਹੋ ਗਿਆ ਕਿਵੇਂ ਦੂਜੇ ਧਾਵਾ ਕਰ ਸਕਦਾ ਤੂੰ? ਫਿਰ ਕਹਿ ਪੜਨਾ ਪਏਗਾ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਰ ਜਾਣੇ ਗਾਵਾਰ। ਜੇ ਕੋਈ ਆਪਣੇ ਆਪ ਨੂੰ ਦਾਤਾ ਸਮਝਣ, ਮੈਂ ਬੜਾ ਵੱਡਾ ਦਾਨੀ ਹਾਂ, ਅਤੇ ਪਰਮਾਤਮਾ ਕਹਿੰਦਾ ਮੂਰਖ ਹੈ। ਵੀ ਮੇਰੀ ਦਿੱਤੀ ਦਾਤਾ ਨੂੰ ਅੱਗੇ ਦੇ ਰਿਹਾ, ਤੇਰੀਆਂ ਨੇ, ਇਹ ਤਾਂ ਮੇਰੀਆਂ ਨੇ, ਇਹ ਤਾਂ ਮੈਂ ਦਾਤਾ ਤੈਨੂੰ ਜਿਸ ਤੂੰ ਅੱਗੇ ਦੇ ਰਿਹਾ, ਤੇਰੀਆਂ ਥੋੜ੍ਹੀਆਂ ਨੇ। ਤਿਸ ਦੇਨ ਹਰ ਜਾਣੇ ਗਵਾਰ, ਪਰਮਾਤਮਾ ਉਸ ਨੂੰ ਮੂਰਖ ਸਮਝਦਾ ਹੈ। ਉਹ ਆਪੇ ਦਾਤਾਰ ਬਣਵੇ, ਕੋਈ ਦਾਤਾ ਤਾਂ ਇੱਕੋ ਹੀ ਹੈ। ਗੁਰਬਾਣੀ ਦੇ ਨਿਰਣੈ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ, ਅਗਣਤ ਭਰੇ ਭੰਡਾਰ। ਦਾਤਾ ਤਾਂ ਇੱਕੋ ਹੀ। ਅਸੀਂ ਤਾਂ ਅੱਗੇ ਜਿਹੜੇ ਸੰਤ ਮਹਾਤਮਾ ਹੁੰਦੇ ਨੇ, ਹੋਰ ਹੁੰਦੇ, ਉਹ ਪਰਮਾਤਮਾ ਦੀ ਦਾਤਾ ਨੂੰ ਅੱਗੇ ਵੰਡਦੇ ਨੇ। ਬਸ ਉਹਨਾਂ ਦੀ ਵੰਡਣ 'ਤੇ ਡਿਊਟੀ ਲਾਈ ਹੁੰਦੀ ਹੈ। ਪਰਮਾਤਮਾ ਲੈ ਭਾਈ ਤੂੰ ਮੇਰੀ ਦਾਤਾ ਵੰਡੀ ਜਾ। ਇਹ ਤਾਂ ਉਹ ਤਾਂ ਸਿਰਫ ਵੰਡਦੇ ਨੇ, ਆਪਣੇ ਕੋਲੋਂ ਨਹੀਂ ਕੋਈ ਹੁੰਦੇ। ਉਹ ਤਾਂ ਦਾਤਾ ਅੱਗੇ ਵੰਡੀ ਜਾਂਦੇ ਨੇ। ਜਾ ਵੀ ਤੂੰ ਅਮੀਰ ਹੋ ਜਾ, ਅਮੀਰੀ ਦੇ ਵਿੱਚ ਦੇਤੀ, ਚੱਲ ਬਈ ਦਾਤੇ ਦੀ। ਜਿਸ ਗੁਰ ਪ੍ਰਸਾਦ ਟੂਟੈ ਹੋਂ ਰੋਗ, ਨਾਨਕ ਸੋ ਜਨ ਸਦਾ ਰੋਗ। ਗੁਰੂ ਦੀ ਕਿਰਪਾ ਨਾਲ ਜਿਹਦੇ ਅੰਦਰ ਹਉਮੈ ਰੂਪੀ ਰੋਗ ਖਤਮ ਹੋ ਜਾਂਦੇ ਨੇ, ਕਹਿੰਦੇ ਉਹ ਤਾਂ ਵਿਅਕਤੀ ਸਦਾ ਹੀ ਰੋਗ ਹੈ, ਕਿਉਂਕਿ ਹਉਮੈ ਹੀ ਸਭ ਤੋਂ ਔਖੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਪੁਲਿੰਗ ਨੇ। ਹਉਮੈ ਇਸਤਰੀ ਲਿੰਗ ਹੈ। ਹਉਮੈ ਇਹਨਾਂ ਪੰਜਾਂ ਦੀ ਮਾਂ ਹੈ। ਜਦੋਂ ਮਾਂ ਹੀ ਮਰ ਗਈ, ਇਹ ਆਪਣੇ ਆਪ ਹੀ ਮਰ ਜਾਂਦੇ ਨੇ, ਇਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ, ਅਤੇ ਬੰਦਾ ਅਰੋਗ ਹੋ ਜਾਂਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਇਹ ਨਹੀਂ ਕਿ ਅੰਦਰੋਂ ਕਾਮ ਮੁੱਕ ਜਾਂਦਾ, ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ। ਇਹ ਸਾਰੀਆਂ ਪੰਜੇ ਦੀ ਪੰਜੇ ਪ੍ਰਵਿਰਤੀਆਂ ਉਹਦੇ ਅਧੀਨ ਹੋ ਜਾਂਦੀਆਂ ਹਨ। ਹੁਣ ਦਸਮ ਪਾਤਸ਼ਾਹ ਸਹਿਜ ਸੁਭਾਅ ਭੰਗਾਣੇ ਦੇ ਯੁੱਧ 'ਚ ਬੈਠੇ ਨੇ, ਯੁੱਧ ਵੇਖ ਰਹੇ ਨੇ। ਦੁਸ਼ਮਣ ਦੇ ਇੱਕ ਤੀਰ ਆਇਆ, ਮੱਥੇ ਕੋਲੋਂ ਲੰਘ ਗਿਆ। ਦੂਜਾ ਤੀਰ ਆਇਆ, ਪੱਗ ਨੂੰ ਛੂਹ ਕੇ ਲੰਘ ਗਿਆ ਹੈ। ਤੀਜਾ ਤੀਰ ਆਇਆ, ਕਮਰ ਕੱਸੇ ਚੱਕ ਕੇ ਵੱਜਿਆ ਹੈ। ਫਿਰ ਗੁਰੂ ਭਾਈ ਜਬ ਬਾਲ ਲੱਗ ਗਏ, ਤਬ ਤਾਂ ਰੋਸ ਜਗ ਗਏ, ਨਹੀਂ ਤਾਂ ਆਰਾਮ ਨਾਲ ਬੈਠੇ ਸਨ। ਅੱਛਾ, ਉਹ ਕਹਿੰਦੇ ਚੰਗਾ, ਅੱਛਾ ਦੱਸਦਾ ਫਿਰ ਮੈਂ ਤੁਹਾਨੂੰ। ਅਤੇ ਫਿਰ ਉਹ 5 ਤੀਰ ਇਕੱਠੇ ਹੀ ਚਲਾਇਆ ਕਰਦੇ ਸਨ। ਗੁਰੂ ਭਾਈ ਇੱਕ ਤੀਰ ਨਹੀਂ ਸੀ ਚਲਾਉਂਦੇ, 5 ਤੀਰ ਇਕੱਠੇ ਚਲਾਉਂਦੇ ਸੀ। ਜੇ ਸੱਜਾ ਥੱਕ ਜਾ ਫਿਰ ਖੱਬੇ ਨਾਲ ਚਲਾਉਂਦੇ, ਦੋਨੋਂ ਹੱਥ ਇੱਕੋ ਜਿਹੇ ਕੰਮ ਕਰਦੇ ਸੀ ਉਹਦੇ। ਆਪਣੇ ਤਾਂ ਸੱਜਾ ਹੱਥ ਜ਼ਿਆਦਾ ਤਾਕਤਵਰ ਹੁੰਦਾ ਨਾ, ਖੱਬਾ ਜੇ ਕਿਉਂ ਕੰਮ ਘੱਟ ਲੈਂਦੇ, ਉਹ ਦੋਨਾਂ ਨਾਲ ਚਲਾਉਂਦੇ ਹੁੰਦੇ ਸਨ। ਬਸ ਫਿਰ ਜਦੋਂ ਕਰਤੀ ਬਾਛੜ, ਭੱਜ ਪੁੱਜ ਗਏ ਅਗਲੇ। ਫਿਰ ਜੀ ਇਹ ਨਹੀਂ ਕਿ ਅੰਦਰੋਂ ਕ੍ਰੋਧ ਮਰ ਗਿਆ, ਕ੍ਰੋਧ ਦੀ ਵਰਤੋਂ ਕੀਤੀ ਲੋੜ 'ਤੇ, ਨਹੀਂ ਤਾਂ ਨਹੀਂ ਸੀ। ਠੀਕ ਹੈ, ਆਰਾਮ ਨਾਲ ਬੈਠੇ ਨੇ, ਦੇਖ ਰਹੇ ਨੇ। ਦੇਖਣ ਆਇਆ ਜਗਤ ਤਮਾਸ਼ਾ, ਉਹ ਤਾਂ ਵੇਖਣ ਆਏ ਸਨ। ਅਸੀਂ ਉਹਨਾਂ ਵਿੱਚ ਲਾ ਲਿਆ ਵੀ ਹਾਂ ਜਰਾ ਕਰਿਓ ਕੁਛ ਤੁਸੀਂ ਵੀ, ਹਾਂਜੀ ਦੇਖੀਏ। ਹਾਂਜੀ ਤਾਂ ਜਿਉ ਗੁਰੂ ਮਹਾਰਾਜ ਜਿਸ ਗੁਰ ਪ੍ਰਸਾਦ ਟੂਟੈ ਹੋਂ ਰੋਗ,
ਗੁਰੂ ਦੀ ਕਿਰਪਾ ਨਾਲ ਜਿਹਦੇ ਅੰਦਰ ਹਉਮੈ ਰੂਪੀ ਰੋਗ ਖਤਮ ਹੋ ਗਿਆ, ਨਾਨਕ ਸੋਜਨ ਸਦਾ ਅਰੋਗ, ਉਹ ਤੰਦਰੁਸਤ ਹੋ ਜਾਂਦਾ, ਭਾਵ ਉਹ ਰੋਗਾਂ ਤੋਂ ਰਹਿਤ ਹੋ ਜਾਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਐਕਚੁਅਲੀ ਇਹੀ ਸਾਨੂੰ ਦੁਖੀ ਕਰਦੇ ਨੇ। ਕਦੇ ਵੀ ਤੁਸੀਂ ਦੁਖੀ ਹੋ, ਦੇਖਿਓ ਕਾਮ ਕਰਕੇ ਹੋ, ਕ੍ਰੋਧ ਕਰਕੇ ਹੋ, ਲੋਭ ਕਰਕੇ ਹੋ, ਮੋਹ ਕਰਕੇ ਹੋ, ਹੰਕਾਰ ਕਰਕੇ ਹੋ, ਇਹਨਾਂ ਵਿੱਚੋਂ ਹੀ ਇੱਕ ਕਾਰਨ ਹੋਵੇਗਾ। ਅਤੇ ਜਦੋਂ ਇਹ ਸਾਰੇ ਕਾਰਨ ਖਤਮ ਹੋ ਜਾਣ, ਬੰਦਾ ਸੁਖੀ ਹੋ ਜਾਂਦਾ ਹੈ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।